हेलो एंड वेलकम सत श्री अकाल जी। मैं हरजोत कौर एक बार फिर लैके हाजिर हाँ जी ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਤੇ ਅੱਜ ਆਪਾਂ ਇਸ ਸ਼ੋ ਦੇ ਵਿੱਚ ਖਾਸ ਤੌਰ ਤੇ ਗੱਲ ਕਰਨ ਜਾ ਰਹੇ ਹਾਂ ਜੀ ਆਸਟ੍ਰੇਲੀਆ ਔਰ ਯੂਕੇ ਨੂੰ ਲੈ ਕੇ, ਕਿਉਂਕਿ ਇਹ ਟੌਪਿਕ ਆਪਾਂ ਅੱਜ ਤਾਂ ਸਿਲੈਕਟ ਕੀਤਾ ਹੈ ਕਿਉਂਕਿ ਲਗਾਤਾਰ ਤੁਹਾਡੇ ਸਵਾਲ ਵੀ ਸਾਡੇ ਕੋਲ ਪਹੁੰਚਦੇ ਨੇ ਤੇ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਹੀ ਇਸ ਸ਼ੋ ਦੇ ਵਿੱਚ ਲੈ ਕੇ ਹਾਜ਼ਰ ਹੁੰਦੇ ਹਾਂ, ਕਿਉਂਕਿ ਜਾਣਕਾਰੀ ਸਟੂਡੈਂਟਸ ਜਾਣਨਾ ਚਾਹੁੰਦੇ ਨੇ, ਲੇਟੈਸਟ ਅਪਡੇਟਸ ਜਾਣਨਾ ਚਾਹੁੰਦੇ ਨੇ ਆਸਟ੍ਰੇਲੀਆ ਨੂੰ ਲੈ ਕੇ, ਯੂਕੇ ਨੂੰ ਲੈ ਕੇ। ਸੋ ਇਹ ਸ਼ੋ ਤੁਸੀਂ ਧਿਆਨ ਨਾਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਸ ਲਈ ਧਿਆਨ ਨਾਲ ਵੇਖਣਾ ਤੇ ਸੁਣਨਾ ਹੈ। ਤੇ ਅੱਜ ਦੀ ਡਿਸਕਸ਼ਨ ਦੇ ਲਈ ਅਸੀਂ ਸਟੂਡੀਓ ਦੇ ਵਿੱਚ ਇਨਵਾਈਟ ਕੀਤਾ ਹੈ ਜੀ ESS ਗਲੋਬਲ ਤੋਂ ਵੀਜ਼ਾ ਐਕਸਪਰਟ ਮਿਸਟਰ ਰੋਹਿਤ ਸੇਠੀ ਜੀ। ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ। ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਤੋਂ ਜਦੋਂ ਆਸਟ੍ਰੇਲੀਆ ਦਾ ਜ਼ਿਕਰ ਕਰ ਰਹੇ ਹਾਂ ਕਿਉਂਕਿ ਰੀਓਪਨ ਹੋ ਰਿਹਾ ਹੈ, ਸਟੂਡੈਂਟਸ ਦੇ ਮਨ ਵਿੱਚ ਇੱਕ ਵਾਰ ਫਿਰ ਤੋਂ ਬਹੁਤ ਸਾਰੀ ਕੁਐਰੀਜ਼ ਨੇ। ਅਸੀਂ ਕਦੋਂ ਅਪਲਾਈ ਕਰ ਲਈਏ, ਕਿਹੜੇ ਸਬਜੈਕਟ ਲਈ, ਕਿਹੜੇ ਕੋਰਸ ਲਈ ਅਸੀਂ ਐਲੀਜੀਬਲ ਹਾਂ ਕਿ ਨਹੀਂ। ਤੇ ਸ਼ੁਰੂਆਤ ਵਿੱਚ ਮੈਂ ਚਾਹੂੰਗੀ ਕਿ ਹੁਣ ਕਿਹੜੇ ਸਟੂਡੈਂਟਸ ਜੋ ਹੈ ਅਪਲਾਈ ਕਰ ਸਕਦੇ ਨੇ, ਆਪਾਂ ਕਿਹਨਾਂ ਨੂੰ ਮੰਨ ਸਕਦੇ ਹਾਂ ਕਿ ਤਿਆਰ ਨੇ ਔਰ ਇਹ ਬਿਲਕੁਲ ਸਹੀ ਨੇ ਨੈਕਸਟ ਇਨਟੇਕ ਦੇ ਲਈ। ਦੇਖੋ ਜਿਹੜੇ ਕਲਾਸ 12th ਪਾਸ ਆਊਟ ਨੇ ਹਜੇ ਜੀ 2021 ਚ ਪਾਸ ਆਊਟ ਕੀਤਾ, 2020 ਦੇ ਵਿੱਚ ਕੀਤਾ ਹੈ ਜੀ, ਔਰ 2019 ਦੇ ਵਿੱਚ ਕੀਤਾ ਹੈ ਤੇ ਉਹਨਾਂ ਵਾਸਤੇ ਜਨਵਰੀ ਇਨਟੇਕ ਤਾਂ ਲਾਸਟ ਇਨਟੇਕ ਹੋਏਗਾ ਜੀ। ਮਤਲਬ 19 ਚ ਜੇ +2 ਪਾਸ ਕੀਤੀ ਹੈ, 20 ਪਾਸ ਆਊਟ, 21 ਪਾਸ ਆਊਟ, ਇਹ ਜੁਲਾਈ ਵਾਸਤੇ ਪ੍ਰੋਪਰ ਫਿਟ ਨੇ। ਜੋ ਕਹਿੰਦੇ ਆ ਜੀ ਅਸੀਂ ਉੱਥੇ ਜਾ ਕੇ ਹੀ ਪੜ੍ਹਨਾ ਹੈਗਾ ਜਾਂ ਅਸੀਂ ਪੈਸੇ ਫੜ ਕੇ ਜਾਣਾ ਹੈ ਬੈਚਲਰ ਡਿਗਰੀਆਂ ਕਰਨ ਵਾਸਤੇ ਤੇ ਪੈਸੇ ਪੂਰੇ ਨਹੀਂ ਹੋਣੇ ਇੱਥੇ ਜੇ ਆਨਲਾਈਨ ਪੜ੍ਹਨਾ ਸ਼ੁਰੂ ਕਰਤਾ ਤਾਂ ਜੁਲਾਈ ਇਨਟੇਕ ਦੇ ਵਿੱਚ ਜਿੱਥੋਂ 100% ਨਿਊਜ਼ ਆਂਦੀ ਪਈ ਹੈ ਫੇਸ ਟੂ ਫੇਸ ਇਨਟੇਕ ਹੀ ਹੋਣਾ ਹੈ ਜੀ। ਯੂਨੀਵਰਸਿਟੀਜ਼ ਦੀ ਨਿਊਜ਼ ਟੋਟਲ ਜਿਹੜੀ ਆ ਰਹੀ ਹੈ, ਐਵਰੀਬਾਡੀ ਇਜ਼ ਐਕਸਾਈਟਿਡ ਵੀ ਔਨ ਕੈਂਪਸ ਬੱਚਾ ਬੁਲਾਉਣ ਵਾਸਤੇ ਉਹ ਜੁਲਾਈ ਇਨਟੇਕ ਨੂੰ ਲੈ ਕੇ ਚੱਲਣ। ਪਰਸੈਂਟੇਜ 65% ਐਂਡ ਜਿਹੜੇ ਅਕੈਡਮਿਕ 4 ਦੇ ਵਿੱਚ ਹੁੰਦਾ ਹੈ ਆਸਟ੍ਰੇਲੀਆ ਦਾ ਹਮੇਸ਼ਾ ਵੀ 4 ਸਬਜੈਕਟ ਪੜ੍ਹਨ ਵਾਲੇ ਸਬਜੈਕਟਾਂ ਦੇ ਨੰਬਰ ਦੇਖੇ ਜਾਂਦੇ ਨੇ ਜੀ, ਐਂਡ ਓਵਰਆਲ ਨੰਬਰ ਨਹੀਂ ਦੇਖੇ ਜਾਂਦੇ। ਆਲਸ 6 ਬੈਂਡ ਕੋਈ 5.5 ਤੋਂ ਘੱਟ ਨਾ ਹੋਵੇ ਐਂਡ ਉਹ ਆਸਟ੍ਰੇਲੀਆ ਵਾਸਤੇ ਜੁਲਾਈ ਔਰ ਜਨਵਰੀ ਦੇ ਵਿੱਚ ਜਾਣ ਨੂੰ ਰੈਡੀ ਨੇ। ਤੁਹਾਡੇ ਜੇ ਪਸੰਦ ਆਸਟ੍ਰੇਲੀਆ ਦੀ ਹੈਗੀ ਹੈ, ਇਹੀ ਟਾਈਮ ਹੈ ਅਪਲਾਈ ਕਰਨ ਦਾ। ਜੀ ਤੇ ਕਿਸ ਤਰ੍ਹਾਂ ਦੇ ਕਾਲਜਿਸ ਔਰ ਯੂਨੀਵਰਸਿਟੀਜ਼ ਦੇ ਨਾਲ ESS ਗਲੋਬਲ ਜੋ ਹੈ ਡੀਲ ਕਰਦਾ ਤਾਂ ਕਿ ਸਟੂਡੈਂਟਸ ਜੋ ਹੈ ਪੂਰੀ ਜਾਣਕਾਰੀ ਯੂਨੀਵਰਸਿਟੀਜ਼ ਜਾਂ ਕਾਲਜਿਸ ਬਾਰੇ ਵੀ ਲੈ ਸਕਣ। ਦੇਖੋ ਆਸਟ੍ਰੇਲੀਆ ਦੇ ਜਿਹੜਾ ਐਜੂਕੇਸ਼ਨ ਸਿਸਟਮ ਹੈ ਜੀ 2 ਹਿੱਸਿਆਂ 'ਚ ਵੰਡਿਆ ਹੋਇਆ। ਫਰਸਟ ਇਜ਼ ਦਾ ਵੋਕੇਸ਼ਨਲ ਪ੍ਰੋਗਰਾਮ ਜਿਹਨੂੰ ਵੈਟ ਕਿਹਾ ਜਾਂਦਾ ਹੈ। ਇਹ ਨੋਰਮਲੀ ਤੁਹਾਨੂੰ ਪ੍ਰਾਈਵੇਟ ਕਾਲਜਿਸ ਔਰ ਟੇਫ ਜੋ ਟੈਕਨੀਕਲ ਐਂਡ ਫਰਦਰ ਐਜੂਕੇਸ਼ਨ ਦੇ ਸਰਕਾਰੀ ਕਾਲਜ ਨੂੰ ਆਪਾਂ ਕਹਿ ਸਕਦੇ ਹਾਂ ਉਹਨਾਂ 'ਚ ਮਿਲਦਾ। ਜਿਹੜੀ ਡਿਗਰੀਜ਼ ਨੇ ਉਹ ਨੋਰਮਲੀ ਮਿਲਦੀਆਂ ਤੁਹਾਨੂੰ ਹਾਇਰ ਐਜੂਕੇਸ਼ਨ ਸੈਕਟਰ ਦੇ ਵਿੱਚ, ਉੱਥੇ ਯੂਨੀਵਰਸਿਟੀਜ਼ ਆ ਜਾਂਦੀਆਂ ਜਾਂ ਕੁਝ ਕਾਲਜਿਸ ਨੂੰ ਡਿਗਰੀ ਦੇਣ ਦੀ ਪਾਵਰ ਦਿੱਤੀ ਹੋਈ ਹੈ। ਇਹ ਦੋਨੋਂ ਵੱਖਰੀਆਂ ਵੱਖਰੀਆਂ ਸਟਰੀਮਸ ਨੇ। ESS ਗਲੋਬਲ ਸਾਰੀ ਯੂਨੀਵਰਸਿਟੀਆਂ ਦੇ ਵਿੱਚ, ਚਾਹੇ ਤੁਸੀਂ ਡੀਕਨ ਹੋ, ਗਰੁੱਪ ਆਫ 8 ਹੈ ਬੇਸਿਕਲੀ, ਉੱਥੇ ਜਾਣਾ ਚਾਹੁੰਦੇ ਹੋ ਔਰ ਨੋਰਮਲ ਟੀਅਰ 2 ਯੂਨੀਵਰਸਿਟੀ ਦੇ ਵਿੱਚ ਜਾਣਾ ਚਾਹੁੰਦੇ ਹੋ, ਮੈਲਬਰਨ, ਸਿਡਨੀ, ਬ੍ਰਿਸਬਨ, ਐਡਲੇਡ, ਵੇਅਰਐਵਰ ਐਂਡ ਵਿਚਐਵਰ ਪਲੇਸ, ਅਲੋਂਗ ਵਿਦ ਤੁਹਾਡਾ ਕੋਈ ਡਿਪਲੋਮਾ ਕਰਨ ਦਾ ਇਰਾਦਾ ਹੈਗਾ ਮੈਲਬਰਨ, ਸਿਡਨੀ, ਟੇਫ ਦੇ ਵਿੱਚ ਔਰ ਐਨੀ ਪ੍ਰਾਈਵੇਟ ਇੰਸਟੀਚਿਊਟ, ESS ਗਲੋਬਲ ਡੀਲਸ ਵਿਦ ਐਵਰੀ ਇੰਸਟੀਚਿਊਟ ਇਨ ਆਸਟ੍ਰੇਲੀਆ ਇਰਰਿਸਪੈਕਟਿਵ ਆਫ ਦਾ ਫੈਕਟ ਉਹਦੀ ਲੋਕੇਸ਼ਨ ਕਿੱਥੇ ਹੈ। ਜੇ ਤੁਹਾਡੀ ਨੀਡ ਹੈਗੀ ਹੈ ਤੇ ਤੁਸੀਂ ਕੁਆਲੀਫਾਈ ਕਰਦੇ ਹੋ, ਤੁਹਾਡੀ GT ਉਸ ਯੂਨੀਵਰਸਿਟੀ ਜਾਂ ਕਾਲਜ ਵਾਸਤੇ ਪੂਰੀ ਹੁੰਦੀ ਹੈ ਤਾਂ ਡੈਫੀਨੇਟਲੀ ਤੁਸੀਂ ਆਸਟ੍ਰੇਲੀਆ ESS ਗਲੋਬਲ ਨੂੰ ਆਪਣਾ ਸਾਥੀ ਬਣਾ ਸਕਦੇ ਹੋ ਆਪਣੀ ਪਲੈਨਿੰਗ ਵਾਸਤੇ ਜੀ। ਤੇ ਕੀ ਹੁਣ ਇਸ ਮੌਕੇ ਤੇ ਕਿੰਨੀ ਕੁ ਆਪਾਂ ਦੇਖ ਸਕਦੇ ਹਾਂ ਕਿ ਸਟੂਡੈਂਟਸ ਦਾ ਇੰਟਰਸਟ ਇੱਧਰ ਨੂੰ ਬਣ ਰਹੀ ਹੈ, ਕਿੰਨੀ ਰੇਸ਼ੋ ਅਸੀਂ ਮੰਨ ਸਕਦੇ ਹਾਂ ਕਿ ਸਟੂਡੈਂਟਸ ਹੁਣ ਜੋ ਹੈ ਕੈਨੇਡਾ ਤੋਂ, ਕੈਨੇਡਾ ਇੱਕ ਅਲੱਗ ਚੋਇਸ ਜ਼ਰੂਰ ਰਹਿੰਦੀ ਹੈ ਹਮੇਸ਼ਾ, ਲੇਕਿਨ ਆਸਟ੍ਰੇਲੀਆ ਨੂੰ ਲੈ ਕੇ ਜਦੋਂ ਰੀਓਪਨ ਦੀ ਨਿਊਜ਼ ਆਈ ਹੈ ਕਿੰਨੇ ਕੁ ਸਟੂਡੈਂਟਸ ਨੂੰ ਅਪਲਾਈ ਕਰਨਾ ਸ਼ੁਰੂ ਕਰ ਚੁੱਕੇ ਨੇ। ਦੇਖੋ ਆਸਟ੍ਰੇਲੀਆ ਲਾਸਟ ਮੰਥ ਜਦ ਨਿਊਜ਼ ਆਈ ਸੀਗੀ ਫੈਡਰਲ ਗਵਰਨਮੈਂਟ ਤੇ ਨਿਊ ਸਾਊਥ ਵੇਲ ਵੱਲੋਂ ਦੈਟ ਆਸਟ੍ਰੇਲੀਆ ਇਜ਼ ਕਮਿੰਗ ਬੈਕ, ਬਹੁਤ ਸਾਰੇ ਬੱਚਿਆਂ ਨੇ ਅਪਰੋਚ ਕੀਤਾ ਸਾਨੂੰ ਜਿਹਨਾਂ ਦੇ ਵੀਜ਼ੇ ਲੱਗੇ ਹੋਏ ਸੀਗੇ ਪਹਿਲਾਂ ਤਾਂ ਵੀ ਸਾਡੀ ਯੂਨੀਵਰਸਿਟੀਜ਼ ਤੋਂ ਅਜੇ ਈਮੇਲ ਨਹੀਂ ਆਇਆ, ਵਟ ਸ਼ੁੱਡ ਵੀ ਡੂ। ਉਹਨਾਂ ਨੂੰ ਫਿਰ ਉਹਦੇ ਈਮੇਲ ਆਈਡੀਜ਼ ਪ੍ਰੋਵਾਈਡ ਕੀਤੇ, ਤੁਸੀਂ ਇਹਨਾਂ ਨੂੰ ਈਮੇਲ ਪਾਓ ਐਂਡ ਗੈਟ ਯੋਰ EOI ਇੰਟੈਕਟ ਪਹਿਲਾਂ ਤਾਂ। ਫਿਰ ਵਿਕਟੋਰੀਅਨ ਯੂਨੀਵਰਸਿਟੀਜ਼ ਦਾ ਨਿਊਜ਼ ਆ ਗਿਆ ਸੀਗਾ ਕੱਲ, ਉਹਦਾ ਵੀ ਨਿਊਜ਼ ਆਇਆ ਕੁਆਂਟਸ ਦਾ ਡਿਸੰਬਰ 6 ਉਹਨਾਂ ਦੀ ਪਹਿਲੀ ਫਲਾਈਟ ਹੋਏਗੀ ਜਦ ਕੁਆਂਟਸ ਦਾ ਕਰੂ ਵਾਪਸ ਜੌਬ ਤੇ ਜਾਏਗਾ, ਜਿਹੜੀ ਨੈਸ਼ਨਲ 에ਅਰਲਾਈਨ ਹੈਗੀ ਆਸਟ੍ਰੇਲੀਆ ਦੀ। ਤੇ ਬਹੁਤ ਸਾਰੀ ਇਨਕਰੇਜਮੈਂਟ ਨਿਊਜ਼ ਹੈਗੀਆਂ ਨੇ। ਹਜੇ ਫਿਲਹਾਲ ਬੱਚਾ ਉਹੀ ਕੁਐਰੀ ਕਰ ਰਿਹਾ ਜਿਨ੍ਹਾਂ ਕੀ ਵੀਜ਼ੇ ਲੱਗੇ ਹੋਏ ਨੇ ਜੀ, ਲੱਗੇ ਹੋਏ। ਓਕੇ, ਨਵਾਂ ਬੱਚਾ ਹਜੇ ਜਿਵੇਂ ਹੈ 2019 ਪਾਸ ਆਊਟ ਹੈ, 2-3 ਵਾਰ ਕੈਨੇਡਾ ਤੋਂ ਰਿਫਿਊਜ਼ ਹੈ, ਉਹਦਾ ਤਾਂ ਆਲਸ ਵੈਸੇ ਹੀ ਖਤਮ ਹੋ ਚੁੱਕਿਆ ਹੁਣ ਤੱਕ ਕਿਉਂ 2021 ਦੀ ਅਖੀਰਲੀ ਡੇਟ ਸੀਗੀ ਜੇ 2019 ਚ ਉਹਨੇ ਆਲਸ ਕੀਤਾ ਸੀ ਤਾਂ ਉਹ ਦੁਬਾਰਾ ਆਲਸ ਵਾਲੇ ਪਾਸੇ ਚੱਲਿਆ ਹੋਇਆ। ਐਂਡ ਇੱਕ ਬੱਚਾ ਉਹ ਹੈਗਾ ਜੀ ਸੈਕਟਰ ਜਿਹਨੇ ਫੜ ਕੇ ਜਾਣਾ ਪੈਸੇ, ਅਸੀਂ ਹੱਥ ਜੋੜ ਕੇ ਉਹਨੂੰ ਮਨਾ ਕਰ ਦਿੰਦੇ ਨੇ ਹਜੇ ਨਾ ਕਰੋ ਕਿਉਂਕਿ ਤੁਹਾਡੀ ਫੀਸਾਂ ਫਿਰ 4 ਮਹੀਨੇ ਬਾਅਦ ਆ ਜਾਣੀ ਹੈ ਤੇ ਇੱਥੇ ਬੈਠ ਕੇ ਦੁਬਾਰਾ ਤੁਸੀਂ ਪੈਸੇ ਦੇਣ ਜੋਗੇ ਨਹੀਂ ਹੋਵੋਗੇ ਜਾਂ ਪਲੈਨਿੰਗ ਨਹੀਂ ਹੋਏਗੀ। ਤਾਂ ਉਹੀ ਹੈ ਆਪਣੀ ਜਿਹੜੀ ਪ੍ਰੋਸੈਸ ਸ਼ੁਰੂ ਕਰਨਾ ਹੈ ਤੁਸੀਂ ਅੱਜ ਵੀ ਕਰਨਾ ਜੇ ਜੁਲਾਈ ਇਨਟੇਕ ਵਾਸਤੇ ਕਰੋ, ਤੁਹਾਨੂੰ ਸੋਹਣਾ ਟਾਈਮ ਮਿਲੇ
ਆਪਣੀ ਪੂਰੀ ਪਲੈਨਿੰਗ ਕਰਨ ਦਾ ਐਂਡ ਫਾਈਨੈਂਸ਼ੀਅਲੀ ਤੁਸੀਂ ਉਹਨੂੰ ਪਲਾਨ ਕਰਕੇ ਜਾ ਸਕੋ, ਕਿਉਂਕਿ ਹਰ ਕੋਈ ਮਾਂ-ਬਾਪ ਜਦ ਬਾਹਰ ਭੇਜਦਾ ਹੈ ਉਹ ਇਹਨੂੰ ਇਨਵੈਸਟਮੈਂਟ ਦੇ ਤੌਰ ਤੇ ਹੀ ਦੇਖਦਾ ਬਿਲਕੁਲ ਵੀ ਇੱਕੋ ਵਾਰ ਕਰਨੀ ਹੈ ਕਿ ਬਾਰ-ਬਾਰ ਕਰਨੀ ਹੈ, ਦੈਟ ਵੇਸ ਤੇ ਉਹਦੀ ਫਾਈਨੈਂਸ਼ੀਅਲ ਪਲੈਨਿੰਗ ਉਸ ਤਰ੍ਹਾਂ ਚੱਲਦੀ ਹੈ। ਤੇ ਅੱਜ ਤੁਸੀਂ ਜੇ ਸੋਚ ਰਹੇ ਹੋ ਕਰਨ ਦੀ, ਜਨਵਰੀ ਫॉर ਮਾਸਟਰਸ ਲਈ ਕਹੂੰਗਾ ਬਹੁਤ ਵਧੀਆ ਓਪਰਚੁਨਿਟੀ ਹੈ, ਬੈਚਲਰ ਵਾਸਤੇ ਜੁਲਾਈ ਇਨਟੇਕ ਸ਼ੁੱਡ ਬੀ ਦਾ ਰੀਅਲ ਓਪਰਚੁਨਿਟੀ। ਜੀ 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 ਬਿਲਕੁਲ, ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਸ਼ੋਅ ਦੇ ਵਿੱਚ ਸਾਰੀ ਜਾਣਕਾਰੀ ਦਾ ਫਾਇਦਾ ਜ਼ਰੂਰ ਚੱਕੋਗੇ, ਪਰ ਫਿਰ ਵੀ ਅਗਰ ਤੁਹਾਡੇ ਮਾਈਂਡ ਵਿੱਚ ਵੀ ਕੋਈ ਸਵਾਲ ਹੈ ਤੁਹਾਡੀ ਪ੍ਰੋਫਾਈਲ ਦੇ ਨਾਲ ਜੋ ਜੁੜਿਆ ਹੋਇਆ ਔਰ ਤੁਹਾਨੂੰ ਸਮਝ ਨਹੀਂ ਆ ਰਹੀ ਅਸੀਂ ਕੀ ਕਰੀਏ, ਤਾਂ ਸਕਰੀਨ ਤੇ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ, ਉਹ ਇਸੇ ਲਈ ਅਸੀਂ ਡਿਸਪਲੇ ਕੀਤਾ ਹੋਇਆ ਤਾਂ ਕਿ ਤੁਸੀਂ ਕਾਲ ਕਰਕੇ ਉਸਦੇ ਸਵਾਲ ਦਾ ਜਵਾਬ ਲੈ ਸਕੋ, ਆਪਣਾ ਡਾਊਟ ਕਲੀਅਰ ਕਰ ਸਕੋ, ਟਾਈਮਲੀ ਜੋ ਹੈ ਆਪਣੀ ਫਾਈਲ ਜੋ ਹੈ ਪ੍ਰੋਸੈਸ ਕਰਵਾ ਸਕੋ। ਇਸ ਦੇ ਇਲਾਵਾ ਜੇਕਰ ਤੁਸੀਂ ESS ਗਲੋਬਲ ਦੇ ਆਫਿਸ ਵਿੱਚ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਚੰਡੀਗੜ੍ਹ, ਲੁਧਿਆਣਾ, ਮੋਗਾ, ਬਠਿੰਡਾ, ਅੰਮ੍ਰਿਤਸਰ, ਜਲੰਧਰ, ਪਟਿਆਲਾ, ਕਰਨਾਲ, ਯਮੁਨਾ ਨਗਰ, ਅੰਬਾਲਾ, ਰੁਦਰਪੁਰ, ਗੰਗਾ ਨਗਰ, ਤੇ ਇੱਥੇ ਜਿੱਥੇ ਵੀ ਤੁਹਾਨੂੰ ਨੇੜੇ ਲੱਗਦਾ ਹੈ ਉੱਥੇ ਡਾਕੂਮੈਂਟਸ ਲੈ ਕੇ ਜ਼ਰੂਰ ਵਿਜ਼ਿਟ ਕਰਨਾ ਤਾਂ ਕਿ ਸਹੀ ਅਸੈਸਮੈਂਟ ਹੋ ਸਕੇ। ਜੀ ਆਸਟ੍ਰੇਲੀਆ ਦੀ ਆਪਾਂ ਹੁਣ ਗੱਲ ਕੰਟੀਨਿਊ ਕਰ ਹੀ ਰਹੇ ਹਾਂ, ਤਾਂ ਕੀ ਆਸਟ੍ਰੇਲੀਆ ਹੁਣ ਜਿਹੜੇ ਅੱਗੋਂ ਨਵੇਂ ਹੁਣ ਅਪਲਾਈ ਕਰਨ ਜਾ ਰਹੇ ਨੇ ਉਹ ਪਹਿਲਾਂ ਦੀ ਤਰ੍ਹਾਂ ਹੀ ਜਿਵੇਂ ਪਹਿਲਾਂ ਸਪਾਊਸ ਵੀਜ਼ਾ ਲਈ ਅਪਲਾਈ ਕਰਦੇ ਸੀ, ਪ੍ਰੋਸੈਸ ਸਿਸਟਮ ਸਾਰਾ ਸੇਮ ਹੀ ਰਹਿਣ ਵਾਲਾ ਹੈ? देखो yes, the answer is yes, प्रोसेस ਵਿੱਚ ਕੋਈ ਚੇਂਜ ਨਹੀਂ ਆਇਆ। ਆਸਟ੍ਰੇਲੀਆ ਹੈਡ ਬੀਨ ਵੈਰੀ ਸਟੇਬਲ ਆਪਣੇ ਆਊਟਕਮ ਦੇ ਨਾਲ ਤੇ ਐਪਲੀਕੇਸ਼ਨ ਦੇ ਨਾਲ। ਉਹਨੇ ਨਾ ਤਾਂ ਕੋਈ GT ਕਿਸੇ ਕਾਲਜ ਦੀ ਆਸਾਨ ਕੀਤੀ ਡਿਊਰਿੰਗ ਦਿਸ ਕੋਵਿਡ ਪ੍ਰੋਸੈਸ, ਚਾਹੇ ਫਲਾਈਟ ਨਹੀਂ ਚੱਲਦੀਆਂ ਪਈਆਂ ਸੀਗੀਆਂ, ਪਰ ਕਿਸੇ ਯੂਨੀਵਰਸਿਟੀ ਨੇ ਉੱਥੇ ਆਪਣੀ GT ਇਸ ਪਾਸਿਓਂ ਨਹੀਂ ਕੀਤੀ ਸੌਖੀ ਵੀ ਸਾਨੂੰ ਬੱਚਾ ਚਾਹੀਦਾ। ਜੇ ਇੱਥੇ ਵੈਸੀ ਜਰਨਲ ਦੀ ਚੀਜ਼ ਸ਼ੇਅਰ ਕਰਾਂਗਾ, ਬੱਚਿਆਂ ਦੇ ਸ਼ਾਇਦ ਡਾਇਰੈਕਟ ਮਤਲਬ ਦੀ ਨਹੀਂ ਹੋਏਗੀ। ਆਸਟ੍ਰੇਲੀਅਨ ਯੂਨੀਵਰਸਿਟੀਜ਼ ਇੰਨੀ ਫੰਡ ਰਿਚ ਨੇ ਇਸ ਟਾਈਮ ਦੇ ਉੱਤੇ ਦੈਟ ਉਹਨਾਂ ਨੇ ਆਪਣੇ ਮੋਸਟਲੀ ਸਟਾਫ ਨੂੰ ਕੱਢਿਆ ਨਹੀਂ ਕੋਵਿਡ ਦੇ ਟਾਈਮ ਤੇ, ਚਾਹੇ ਬਿਜ਼ਨਸ ਆ ਰਿਹਾ ਸੀ ਜਾਂ ਨਹੀਂ ਆ ਰਿਹਾ ਸੀਗਾ। ਠੀਕ ਹੈ, ਸੈਲਰੀ ਉੱਪਰ ਥੱਲੇ ਜ਼ਰੂਰ ਕੀਤੀਆਂ ਹੋਣਗੀਆਂ ਬਿਕੋਜ਼ ਆਈ ਐਮ ਸ਼ੋਰ ਜਦ ਰੈਵਨਿਊ ਨਹੀਂ ਹੈ ਤਾਂ ਉਹ ਬੰਦਾ ਪੇ ਆਊਟ ਵੀ ਨਹੀਂ ਉਸ ਤਰੀਕੇ ਨਾਲ ਕਰਦਾ, ਬਟ ਕਿਸੇ ਨੂੰ ਕੱਢਿਆ ਨਹੀਂ। ਐਂਡ ਨਾਲ ਦੀ ਨਾਲ ਸਟੈਂਡ ਲਿੱਤਾ ਵੀ ਅਸੀਂ ਜਾਣੇ ਜਾਂਦੇ ਆ ਕੁਆਲਿਟੀ ਆਫ ਐਜੂਕੇਸ਼ਨ ਕਰਕੇ, ਅਸੀਂ ਉਹ ਨਹੀਂ ਗਿਰਨ ਦੇਣੀ। ਸਾਨੂੰ ਨਾ ਬੱਚਾ ਪਹਿਲਾਂ 1000 ਆਂਦਾ ਸੀ ਲੱਖਾਂ ਦੀ ਤਾਦਾਦ ਚ ਨਹੀਂ ਚਾਹੀਦਾ, ਸਾਨੂੰ ਕੁਆਲਿਟੀ ਪਹਿਲਾਂ ਵੀ ਚਾਹੀਦੀ ਸੀ, ਕੁਆਲਿਟੀ ਹੁਣ ਵੀ ਚਾਹੀਦੀ ਹੈਗੀ ਹੈ। ਹੁਣ ਜੇ ਕੁਆਲਿਟੀ ਹੁਣ ਚਾਹੀਦੀ ਹੈਗੀ ਹੈ ਤਾਂ ਅਗੇਨ GT ਉਵੇਂ ਹੀ ਹੈ ਜਿਵੇਂ ਪਹਿਲਾਂ ਸੀ। ਆਪਣੇ ਸਪਾਊਸ ਨੂੰ ਲੈ ਕੇ ਜਾਣਾ ਹੈਗਾ, ਆਪਣੇ ਕਿਡਸ ਨੂੰ ਨਾਲ ਲੈ ਕੇ ਜਾਣਾ, ਤਾਂ ਉਹ ਯੂਨੀਵਰਸਿਟੀਆਂ ਦੇ ਵਿੱਚ ਅਪਲਾਈ ਕਰੋ ਜਿੱਥੇ GT ਤੁਸੀਂ ਕੁਆਲੀਫਾਈ ਕਰਦੇ ਹੋ। ਆਸਟ੍ਰੇਲੀਆ ਨੂੰ ਬਾਕੀ ਮੁਲਕਾਂ ਨਾਲ, ਬਾਕੀ ਕੰਟਰੀਜ਼ ਨਾਲ ਕੰਪੇਅਰ ਜੇ ਕਰਨਾ ਨਾ GT ਤੇ ਕਰੋ, ਸ਼ਹਿਰ ਤੇ ਨਾ ਕਰੋ। ਫੋਰ ਐਗਜ਼ਾਮਪਲ ਤੁਹਾਡੇ ਕੋਲ ਅਕੈਡਮਿਕ ਪੂਰੇ ਨੰਬਰ ਨੇ ਮੈਲਬਨ, ਸਿਡਨੀ, ਬ੍ਰਿਸਬੇਨ ਜਾਣ ਵਾਸਤੇ, ਪਰ GT ਜਦ ਇੱਕ ਯੂਨੀਵਰਸਿਟੀ ਦੀ ਆਂਦੀ ਹੈ ਕਿ ਤੁਸੀਂ ਮੈਰਿਡ ਹੈਗੇ ਹੋ, ਹਸਬੈਂਡ ਗ੍ਰੈਜੂਏਟ ਹੈਗਾ, ਜੇ ਆਨਸਰ ਨੋ ਹੈ ਤਾਂ ਆਪਣਾ ਟਾਈਮ ਵੀ ਕਿਉਂ ਖਰਾਬ ਕਰਦੇ ਪਏ ਹੋ ਯੂਨੀਵਰਸਿਟੀ ਚ ਅਪਲਾਈ ਕਰਨ ਦਾ? ਆਫਰ ਆਉਣ ਤੋਂ ਬਾਅਦ ਤੁਹਾਡੀ GT ਰਿਜੈਕਟ ਕਰ ਦੇਣਗੇ ਅਰਾਊਂਡ ਤੀਜੇ ਮਹੀਨੇ, ਚੌਥੇ ਮਹੀਨੇ। ਫਿਰ ਤੁਹਾਡਾ ਇਨਟੇਕ ਗਿਆ, ਇੱਕ ਇਨਟੇਕ ਗਿਆ ਤੇ ਫਿਰ ਅਗਲੇ ਇਨਟੇਕ ਜਾਓਗੇ। ਅਪਲਾਈ ਹੀ ਉੱਥੇ ਕਰੋ ਜਿੱਥੇ ਤੁਸੀਂ GT ਕੁਆਲੀਫਾਈ ਕਰਦੇ ਹੋ, ਕਿਉਂਕਿ ਉਹੀ ਤੁਹਾਡਾ ਅਗਲਾ ਸਟੈਪ ਹੋਏਗਾ COE ਲੈਣ ਵਾਸਤੇ। ਆਫਰ ਆਊਗਾ, ਆਫਰ ਤੁਹਾਡੇ ਅਕੈਡਮਿਕ ਪਰਸੈਂਟੇਜ ਔਰ ਆਇਲਸ ਬੇਸ ਤੇ ਆਂਦਾ। ਆਫਰ ਆਉਣ ਤੋਂ ਬਾਅਦ GT ਰਿਜੈਕਟ ਹੋ ਗਈ, ਤੁਹਾਡੀ ਸਾਰੀ ਮਿਹਨਤ, ਸਾਰਾ ਪੇਸ਼ੈਂਸ all will go to in vain basically। ਜੀ ਬਿਲਕੁਲ। ਤੇ ਜਦੋਂ ਆਇਲ ਸਕੋਰ ਦੀ ਇੱਥੇ ਗੱਲ ਆ ਜਾਏ, ਕਿਉਂਕਿ ਕੈਨੇਡਾ ਦੀ ਗੱਲ ਕਰਦੇ ਆ ਤਾਂ 6 ਓਵਰਆਲ ਵਾਲੇ ਦੀ ਪ੍ਰੋਫਾਈਲ ਨੂੰ ਆਪਾਂ ਅੱਛਾ ਗਿਣਦੇ ਆ ਕਿ ਚਲੋ ਹੁੰਦਾ ਕਾਫੀ ਉਹਨਾਂ ਕੋਲ ਆਪਸ਼ਨਸ ਹੋ ਜਾਂਦੀ ਹੈ। ਤਾਂ ਆਸਟ੍ਰੇਲੀਆ ਲਈ ਅਗਰ ਅਪਲਾਈ ਕਰਨ ਬਾਰੇ ਸੋਚੀਏ ਤਾਂ ਆਪਾਂ ਕਿੰਨੇ ਕੁ ਆਇਲ ਸਕੋਰ ਨੂੰ ਸਹੀ ਮੰਨਾਂਗੇ? ਕਿਉਂਕਿ ਹਰ ਕੋਈ ਸੋਚਦਾ ਕਿ ਚਲੋ ਜੇ ਸਾਡੇ ਜ਼ਿਆਦਾ ਅੱਛੇ ਬੈਂਡਸ ਨਹੀਂ ਆ ਰਹੇ, 5.5 ਨਾਲ ਅਸੀਂ ਅਪਲਾਈ ਕਰਨਾ ਤਾਂ ਆਸਟ੍ਰੇਲੀਆ ਇੱਕ ਅੱਛੀ ਆਪਸ਼ਨ ਹੈ। ਦੇਖੋ ਓਵਰਆਲ 5.5 ਹੈ, ਮੇਰੇ ਪੰਜਾਬੀ ਚ ਪੜਾਸ ਕੱਢਣ ਵਾਲਾ ਕੰਮ। ਠੀਕ ਹੈ, ਓਵਰਆਲ 6 ਕੋਈ 5.5 ਤੋਂ ਘੱਟ ਨਹੀਂ ਹੈ good score to apply। ਜੀ PG ਕਰਨਾ ਹੈ 6.5 ਬੈਂਡ, ਕੋਈ 5.5 ਜਾਂ 6 ਤੋਂ ਘੱਟ ਨਾ ਹੋਵੇ, ਬਹੁਤ ਸਾਰੀ ਆਪਸ਼ਨ ਮਿਲ ਜਾਣਗੀਆਂ। ਜੇ 6 ਬੈਂਡ ਨਾਲ PG ਕਰਨਾ, ਲਿਮਿਟਡ ਆਪਸ਼ਨ ਮਿਲਦੀਆਂ ਨੇ। ਇੱਥੇ ਇੱਕ ਦੁਬਾਰਾ ਪੁਆਇੰਟ PT ਦਾ ਰਿਪੀਟ ਕਰਨਾ ਚਾਹਾਂਗਾ। PT 6 ਬੈਂਡ ਕੋਈ ਨਹੀਂ ਹੁੰਦਾ, PT ਵਿੱਚ ਸਕੋਰ ਹੁੰਦੇ ਨੇ, ਉਹ 'ਚ ਬੈਂਡ ਦੀ ਕੋਈ ਕਹਾਣੀ ਨਹੀਂ ਹੁੰਦੀ। ਹੁਣ ਜਦ ਵੀ ਤੁਸੀਂ ਕਾਉਂਸਲਿੰਗ ਕਰਦੇ ਹੋ ਜਾਂ ਯੂਨੀਵਰਸਿਟੀ ਵਾਲੇ ਨਾਲ ਗੱਲ ਕਰਦੇ ਹੋ ਤਾਂ PT ਦਾ ਸਕੋਰ ਦੱਸੋ। PT ਦਾ ਸਕੋਰ ਦਾ ਰੇਂਜ ਹੁੰਦਾ, ਉਹਦੀ ਰਿਕੁਆਇਰਮੈਂਟ ਯੂਨੀਵਰਸਿਟੀ ਨੇ ਅਲੱਗ ਦਿੱਤੀ ਹੁੰਦੀ ਹੈ ਆਪਣੇ ਵੈਬਸਾਈਟਾਂ ਦੇ ਉੱਤੇ। ਤੁਸੀਂ ਬਾਈ ਡਿਫਾਲਟ ਨਹੀਂ ਮੰਨ ਲੈਣਾ ਮੇਰੇ 51 PT ਚ 6 ਬੈਂਡ ਬਣ ਗਏ, ਯੂਨੀਵਰਸਿਟੀ ਦੀ ਨਿਗਾਹ 'ਚ 5.5 ਵੀ ਹੋ ਸਕਦੇ ਆ। ਪਲੱਸ ਆਲਸ ਦੇ ਵਾਪਸ ਆਉਣਾ, ਟੀਚਿੰਗ ਐਂਡ ਤੁਹਾਡੇ ਨਰਸਿੰਗ, ਕੁਝ ਇਹੋ ਜਿਹੇ ਪ੍ਰੋਫੈਸ਼ਨ ਨੇ
ਜਿੱਥੇ ਲੋ ਆਇਲਸ ਕੁਆਲੀਫਾਈ ਹੀ ਨਹੀਂ ਹੁੰਦਾ। ਓਕੇ, ਜੇ ਅੱਗੇ ਨਾ ਟਾਈਮ ਤੇ ਉਹ ਮੌਕਾ ਇਜਾਜ਼ਤ ਦਊਗਾ, ਆਉਣ ਵਾਲੇ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਇੱਕ ਸਪੈਸ਼ਲ ਐਪੀਸੋਡ ਕਰਾਂਗੇ ਨਰਸਿੰਗ ਦਾ ਤੇ ਟੀਚਰਸ ਦਾ। ਜੀ ਜੀ, ਜਿਹੜੇ ਇੱਥੇ ਨਰਸਿਸ ਤੇ ਟੀਚਰ ਨੇ, GNM ਕੀਤੀ ਹੈ, BSc ਕੀਤੀ ਹੈ, ਐਕਸਪੀਰੀਅੰਸ ਹੈਗਾ ਔਰ ਬੈਚਲਰ ਆਫ ਐਜੂਕੇਸ਼ਨ ਕੀਤੀ ਹੈ, ਨੈਟ ਦਾ ਐਗਜ਼ਾਮ ਦਿੱਤਾ ਤੇ ਇੱਥੇ ਆਪਸ਼ਨ ਬਹੁਤ ਮਿਲਦੀਆਂ ਨਹੀਂ ਪਈਆਂ ਜਾਂ ਸੈਲਰੀ ਉਸ ਹਿਸਾਬ ਨਾਲ ਨਹੀਂ ਮਿਲਦੀ ਪਈ। ਆਪਣੇ ਕੋਲ ਕਿਹੜੀ ਆਪਸ਼ਨ ਬਣਦੀ ਹੈ ਆਸਟ੍ਰੇਲੀਆ ਐਂਡ UK ਦੇ ਵਿੱਚ ਟੂ ਗੈਟ ਸੈਟਲਡ ਆਫਟਰ ਵਿਚ ਐਜੂਕੇਸ਼ਨ, ਜੀ ਜੀ, ਉਹ ਜ਼ਰੂਰ ਮੈਂ ਔਨ ਚਾਰਟਸ ਰੱਖਾਂਗਾ। ਬਟ ਕਮਿੰਗ ਬੈਕ, ਨਰਸਿੰਗ ਤੇ ਟੀਚਰਸ ਵਾਸਤੇ ਇਹਨਾਂ ਨਾਲ 7 ਈਚ ਦੀ ਰਿਕੁਆਇਰਮੈਂਟ ਬਾਈ ਡਿਫਾਲਟ ਆ ਜਾਂਦੀ ਹੈ ਅਗਲੇ ਕੋਈ ਵੀ ਪੜ੍ਹਾਈ ਕਰਨੀ ਹੈ ਤਾਂ ਤੁਸੀਂ। ਜੀ ਜੀ, ਨਹੀਂ ਤਾਂ ਤੁਹਾਨੂੰ ਫੈਕਲਟੀ ਸੇਮ ਰੱਖ ਕੇ ਕੋਰਸ ਹੋਰ ਲੈਣਾ ਪਏਗਾ। ਮਤਲਬ ਤੁਸੀਂ ਨਾ ਨਰਸ ਨਹੀਂ ਬਣੋਗੇ, ਯੂ ਵਿਲ ਨਾਟ ਬੀ ਐਨ RN, ਬਟ ਹੈਲਥ ਫੈਕਲਟੀ ਵਿੱਚ ਬਹੁਤ ਸਾਰੇ ਕੋਰਸਸ ਮਿਲ ਜਾਣਗੇ ਜਿੱਥੇ 6.5 ਜਾਂ 6 ਬੈਂਡ ਦੇ ਨਾਲ ਅਪਲਾਈ ਕਰ ਸਕਦੇ ਹੈਗੇ। ਜੀ ਜੀ ਜੀ, ਬਿਲਕੁਲ। ਤੇ ਲਗਾਤਾਰ ਮੈਂ ਇਹ ਗੱਲ ਬਾਰ-ਬਾਰ ਬੋਲ ਰਹੀ ਹਾਂ ਕਿ ਅਗਰ ਤੁਹਾਡਾ ਮਨ ਦਾ ਕੋਈ ਸਵਾਲ ਰਹਿ ਗਿਆ ਹੋਵੇ ਤਾਂ ਜ਼ਰੂਰ ਕਾਲ ਕਰਕੇ ਤੁਸੀਂ ਪੁੱਛ ਲਿਓ, ਕਿਉਂਕਿ ਅੱਗੋਂ ਹੁਣ ਮੈਂ UK ਬਾਰੇ ਗੱਲ ਕਰਨਾ ਚਾਹ ਰਹੀ ਹਾਂ, ਕਿਉਂਕਿ UK ਨੂੰ ਲੈ ਕੇ ਬਹੁਤ ਸਾਰੇ ਸਵਾਲ ਵੀ ਸਾਡੇ ਕੋਲ ਰਹਿ ਰਹੇ ਨੇ। ਕਿਉਂਕਿ ਹਰ ਜਦੋਂ ਸੌਖੀ ਚੀਜ਼ ਸੁਣਨ ਨੂੰ ਮਿਲਦੀ ਹੈ ਨਾ ਸਟੂਡੈਂਟਸ ਨੂੰ, ਤਾਂ ਉਹਨਾਂ ਨੂੰ ਲੱਗਦਾ ਬਸ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਹੋ ਸਕਦਾ। ਔਰ ਹਰ ਪ੍ਰੋਫਾਈਲ ਜਿਹਨੂੰ ਲੱਗਦਾ ਕਿ ਸਾਡਾ IELTS ਕਲੀਅਰ ਨਹੀਂ ਹੋ ਪਾਉਂਦਾ, ਇਹ ਸੁਣ ਕੇ ਕਿ ਵਿਦਆਊਟ IELTS ਅਪਲਾਈ ਕਰ ਸਕਦੇ ਆ, ਤਾਂ ਸਾਰੇ ਉਧਰ ਨੂੰ ਲੱਗ ਜਾਂਦੇ ਨੇ, ਲੇਕਿਨ ਦੂਸਰੀ ਸਾਈਡ ਨਹੀਂ ਦੇਖਦੇ ਕਿ ਹੋਰ ਕੀ ਜ਼ਰੂਰੀ ਹੈ ਉਹਦੇ ਲਈ। ਤੇ ਇਸ ਲਈ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਹਰ ਵਾਰੀ ਦੱਸਦੇ ਔਰ ਦੱਸਦੇ ਵੀ ਰਵਾਂਗੇ। UK ਦੀ ਗੱਲ ਇਸ ਲਈ ਕਰ ਰਹੀ ਹਾਂ ਕਿਉਂਕਿ ਵਿਦਆਊਟ IELTS ਦੀ ਗੱਲ ਆਉਂਦੇ ਹੀ ਸਟੂਡੈਂਟਸ ਇੱਕਦਮ ਆਪਣਾ ਜੋ ਹੈ ਰਸਤਾ ਮੋੜ ਲੈਂਦੇ ਨੇ, ਆਪਾਂ UK ਚੱਲਦੇ ਹਾਂ, ਭਾਵੇਂ ਸਾਡੀ ਪਰਸੈਂਟੇਜ ਇੰਗਲਿਸ਼ ਵਿੱਚ ਜਿੰਨੀ ਵੀ ਹੋਵੇ, ਵਿਦਆਊਟ IELTS ਤਾਂ ਹੋ ਜਾਏਗਾ। ਬਿਲਕੁਲ ਜੀ, ਉਹ ਪੜਾਸ ਕੱਢਣ ਵਾਲੇ ਬਹੁਤ ਆਪਣੇ ਹਿੰਦੁਸਤਾਨ ਤੇ ਪੰਜਾਬ ਦੇ ਵਿੱਚ। ਚਲੋ ਮੌਕਾ ਲੈਣੇ ਆ, ਬਹੁਤ ਵਾਧੂ ਪੈਸੇ ਹੈ, ਉੱਜੜ ਵੀ ਗਏ ਤਾਂ ਫਿਰ ਕੀ ਹੈ। ਖੈਰ, ਰੋਂਗ ਪ੍ਰੈਕਟਿਸ ਨੂੰ ਤੁਸੀਂ ਆਪ ਵਧਾਵਾ ਦਿੰਦੇ ਹੋ ਜੀ। ਬਾਹਰ ਪੜਨ ਜਾਣਾ ਹੈ, ਪਰਸੈਂਟੇਜ ਪਲੱਸ ਇੰਗਲਿਸ਼ ਦਾ ਜਿਹੜਾ ਬੈਂਡ ਰਿਕੁਆਇਰਮੈਂਟ ਹੈ, ਜਿੱਥੇ ਇੰਗਲਿਸ਼ ਗੇਜ ਕੀਤੀ ਜਾਂਦੀ ਹੈ ਪੜਨ ਵਾਸਤੇ, ਆਇਲਸ ਦਾ ਪਲੇਟਫਾਰਮ ਹੈ, PT ਦਾ ਪਲੇਟਫਾਰਮ ਹੈ, ਉਹ ਤੋਂ ਬਿਨਾਂ ਜੇ ਅਪਲਾਈ ਕਰੋਗੇ ਸਿਰਫ ਔਰ ਸਿਰਫ ਕਿਸਮਤ ਤੇ ਖੇਲੋਗੇ। ਮੋਸਟਲੀ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਆਇਲਸ ਨੂੰ ਰეკਮੈਂਡਡ ਕਰ ਚੁੱਕੀਆਂ ਨੇ। ਉਹ ਤਾਂ ਉਹਨਾਂ ਵਿੱਚ ਕੁਝ ਹੁੰਦਾ ਜੇ 70% CBSE ਪਾਸ ਆਊਟ ਹੈ, 90% ਪਾਸ ਆਊਟ ਹੈ, ਪਰ ਕਿ ਐਕਚੁਅਲ ਤੁਸੀਂ ਆਪਣੇ ਆਪ ਦੇਖੋ, ਆਪਣੇ ਅੰਦਰ ਝਾਂਕ ਕੇ ਤੁਹਾਡੀ ਮਾਰਕਸ਼ੀਟ 80% ਬੋਲਦੀ ਹੈ, ਪਰ ਕੀ ਤੁਸੀਂ ਇੰਗਲਿਸ਼ ਕਨਵਰਸੇਟ ਕਰ ਸਕਦੇ ਹੋ? ਜੇ ਪਾਣੀ ਦਾ ਗਲਾਸ ਵੀ ਮੰਗਣਾ ਪੈ ਗਿਆ, ਆਪਾਂ ਉਹ ਵੀ ਪੰਜਾਬੀ ਜਾਂ ਹਿੰਦੀ ਚ ਮੰਗਦੇ ਹਾਂ। ਜੀ ਜੀ ਜੀ, ਫਿਰ ਉਹ ਨੰਬਰ ਦੇ ਬੇਸ ਤੇ ਮੈਂ ਪੜ੍ਹਾਈ ਨਹੀਂ ਪਲਾਨ ਕਰ ਸਕਦਾ, ਨੰਬਰਾਂ ਦੇ ਬੇਸ ਤੇ ਮੈਂ ਨਵੀਂ ਜ਼ਿੰਦਗੀ ਪਲਾਨ ਨਹੀਂ ਕਰ ਸਕਦਾ। ਉਹਦਾ ਸ਼ੀਸ਼ਾ, ਉਹਦਾ ਆਇਨਾ ਜਿਹੜੀ ਹੈ, ਉਹ ਮੇਰੇ 4 ਸਕਿੱਲ ਨੇ ਜਿਹੜੇ ਆਲਸ ਜਾਂ PT ਚ ਪੜ੍ਹਾਏ ਜਾਂਦੇ ਨੇ ਇੰਡੀਵਿਜੂਅਲ ਮੋਡ ਤੇ। ਤਾਂ UK ਆਉਣ ਵਾਲਾ ਟਾਈਮ, ਇੱਥੇ ਇੱਕ ਹੋਰ ਤੁਹਾਡੇ ਨਾਲ ਕੈਲਕੂਲੇਸ਼ਨ ਜਾਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਜੀ। ਸੈਪਟੈਂਬਰ ਇਨਟੇਕ ਹਮੇਸ਼ਾ ਪਾਵਰਫੁਲ ਹੁੰਦਾ UK ਦਾ, ਬਹੁਤ ਪਾਵਰਫੁਲ, ਹਾਰਡਲੀ ਕੋਈ ਰਿਜੈਕਸ਼ਨ ਆਉਂਦਾ ਸੈਪਟੈਂਬਰ ਇਨਟੇਕ ਦੇ ਵਿੱਚ। ਪਰ ਜਨਵਰੀ ਇਨਟੇਕ ਜਿਵੇਂ ਜਿਵੇਂ ਆਉਂਦਾ ਹੈ, ਉਹਨਾਂ ਦੇ ਇੰਟਰਵਿਊ ਲੈਣ ਦੀ ਸਪੀਡ ਤੇਜ਼ ਹੁੰਦੀ ਹੈ, ਉਹਨਾਂ ਦੇ ਇੰਟਰਵਿਊ ਤੇ ਫੇਲ ਕਰਨ ਦੀ ਸਪੀਡ ਵੀ ਤੇਜ਼ ਹੁੰਦੀ ਹੈ। ਪਿਛਲਾ ਇਨਟੇਕ ਵੀ ਚੱਕ ਕੇ ਦੇਖ ਲਓ, ਸੈਪਟੈਂਬਰ ਵਾਸ 100%, ਜਨਵਰੀ ਵਾਸ ਆਲਮੋਸਟ 70% ਸਕਸੈਸ ਰੇਟ, 30% ਰਿਜੈਕਸ਼ਨ ਸੀਗਾ। ਕਿਉਂਕਿ ਜਨਰਲ ਸਟੂਡੈਂਟ ਰੂਲ ਜਦ ਆਇਆ ਅਕਤੂਬਰ ਦੇ ਵਿੱਚ, ਇੰਟਰਵਿਊ ਦੀ ਤਾਦਾਦ 90% ਵੱਧ ਗਈ ਸੀ। 10 ਚੋਂ 9 ਬੱਚਿਆਂ ਦੀ ਇੰਟਰਵਿਊ ਹੁੰਦੀ ਸੀ ਤੇ ਇੰਟਰਵਿਊ 'ਚ ਉਹ ਬੋਲ ਨਹੀਂ ਪਾਉਂਦੇ ਸੀ ਕਿਉਂਕਿ ਕੌਨਫੀਡੈਂਸ ਹੀ ਹੈ ਨਹੀਂ। ਆਇਲਸ ਦਾ ਐਗਜ਼ਾਮ, PT ਦਾ ਐਗਜ਼ਾਮ ਐਟਲੀਸਟ ਥੋੜੇ ਤੱਕ ਕੌਨਫੀਡੈਂਸ ਤਾਂ ਭਰ ਦਿੰਦਾ, ਕਿਉਂਕਿ ਸਪੀਕਿੰਗ ਹੈ ਵਿੱਚ ਉਹਦੇ, ਲਿਸਨਿੰਗ ਹੈ। ਰਾਦਰ ਕਿ 80% ਨੰਬਰ ਦੀ ਮਾਰਕਸ਼ੀਟ ਲੈ ਕੇ ਮੈਂ ਉਹਨੂੰ ਇੰਟਰਵਿਊ ਫੇਸ ਹੀ ਨਾ ਕਰ ਪਾਵਾਂ ਤੇ ਉਹ ਰਿਜੈਕਟ ਕਰ ਦੇਵੇ। ਜਨਵਰੀ ਇਨਟੇਕ ਮੇਰੀ ਬਹੁਤ ਤਗੜੀ ਅਜ਼ੰਪਸ਼ਨ ਹੈ, ਬਹੁਤ ਸਟਰੋਂਗ ਅਜ਼ੰਪਸ਼ਨ ਹੈ ਦੈਟ ਇਹ ਇੰਟਰਵਿਊ ਨੂੰ ਤੇਜ਼ ਕਰਨਗੇ ਤੇ ਸਕਸੈਸ ਥੋੜਾ ਨੀਚੇ ਆਏਗਾ ਉਹਨਾਂ ਬੱਚਿਆਂ ਵਾਸਤੇ ਜਿਹੜੇ ਪਲੈਨਿੰਗ ਨਹੀਂ ਕਰਕੇ ਜਾਣਗੇ, ਜਿਹੜੇ ਕਹੇਂਗੇ ਵੀ ਏਜੰਟ ਨੂੰ ਕਾਗਜ਼ ਫੜਾਤੇ, ਕੈਸ਼ ਵੀ ਆ ਜਾਊਗਾ ਤੇ ਫਿਰ ਐਮਬੈਸੀ ਵੀ ਚੱਲ ਜਾਾਂਗੇ ਮਿੱਤਰਾ, ਉਹ ਫਿਰ ਐਂ ਬਾਹਰ ਹੀ ਆਏਗਾ ਭਰਾ। ਬਿਲਕੁਲ ਬਿਲਕੁਲ, ਠੀਕ ਹੈ, ਲੌਜਿਕ ਨਾਲ ਨਹੀਂ ਚੱਲੇਗਾ। ਤੇ ਆਪਣੀ ਤਿਆਰੀ UK ਵਾਸਤੇ ਜਨਵਰੀ 'ਚ ਕਰਨੀ ਹੈ ਤਾਂ ਪੂਰੀ ਰੂਹ ਨਾਲ ਕਰਨੀ ਹੈ, ਅਗਲੇ 2 ਮਹੀਨੇ ਅੰਬੈਸੀ ਜਾਣ ਤੋਂ ਪਹਿਲਾਂ ਵੀ ਤੇ ਅੰਬੈਸੀ ਜਾਣ ਤੋਂ ਬਾਅਦ ਵੀ। ਜੀ, ਤਾਂ ਫਿਰ ਜਿਹੜੇ ਤਿਆਰੀ ਕਰਨ ਦਾ ਮਨ ਬਣਾ ਰਹੇ ਨੇ, ਤਿਆਰੀ ਸ਼ੁਰੂ ਕਰ ਰਹੇ ਨੇ, ਉਹਨਾਂ ਲਈ ਮੈਂ ਜ਼ਰੂਰ ਚਾਹੂੰਗੀ ਕਿਹੜੇ-ਕਿਹੜੇ ਪੁਆਇੰਟਸ, ਕਿਹੜੇ-ਕਿਹੜੇ ਡਾਕੂਮੈਂਟਸ ਨੂੰ ਧਿਆਨ ਵਿੱਚ ਰੱਖਣ ਤਾਂ ਕਿ ਕੰਸਲਟੈਂਟ ਤਾਂ ਉਹਨਾਂ ਨੂੰ ਦੱਸਦੇ ਹੀ ਨੇ, ਪਰ ਖੁਦ ਵੀ ਉਹਨਾਂ ਨੂੰ ਪਤਾ ਹੋਵੇ ਕਿ ਮੈਂ ਪਹਿਲਾਂ ਤੋਂ ਹੀ ਕਿਹੜੀ ਚੀਜ਼ਾਂ ਤੇ ਅਵੇਅਰ ਰਵਾਂ ਔਰ ਮੈਂ ਇਸ ਦੀ ਤਿਆਰੀ ਸ਼ੁਰੂ ਕਰ ਦੇਵਾਂ। ਕਿਹੜੇ ਪੁਆਇੰਟਸ ਮੇਨ ਨੇ ਤਿਆਰੀ ਲਈ UK ਦੇ ਲਈ? ਸ਼ਾਪਿੰਗ ਜੀ, ਸ਼ਾਪਿੰਗ ਮਤਲਬ ਆਪਾਂ ਹਰ ਕੋਈ ਸ਼ਾਪਿੰਗ ਬੜੇ ਮਜ਼ੇ ਤਰੀਕੇ ਨਾਲ ਕਰਦਾ ਹੈ ਨਾ, ਚਾਹੇ ਮੈਂ 5000 ਖਰਚਣੇ ਹੋਵੇ ਜਾਂ 5 ਲੱਖ ਖਰਚਣੇ ਹੋਣ। ਜੀ ਜੀ, ਇਸੇ ਤਰੀਕੇ ਨਾਲ ਤੁਸੀਂ ਆਪਣੀ ਵੀਜ਼ਾ ਇੰਟਰਵਿਊ ਤਿਆਰੀ ਕਰਨੀ ਹੈ। ਸ਼ਾਪਿੰਗ, ਅੱਜ ਮੈਂ ਇਹ ਕੋਰਸ ਕਰਨਾ ਹੈ ਤਾਂ ਕਿਹੜੀ ਯੂਨੀਵਰਸਿਟੀ ਜਾਵਾਂ? 3 ਯੂਨੀਵਰਸਿਟੀਆਂ ਸਿਲੈਕਟ ਕਰੋ ਜੀ, ਉਹਨਾਂ ਬਾਰੇ ਕੋਰਸਿਸ ਪੜ੍ਹੋ, ਉਹਨਾਂ ਦੀ ਫੀਸਿਸ ਪੜ੍ਹੋ, ਉਹਨਾਂ ਦੀ ਲੋਕੇਸ਼ਨ ਪੜ੍ਹੋ, ਉਹਨਾਂ ਚੋਂ ਇੱਕ ਚੱਕਣੀ ਹੈ ਨਾ ਦੁਕਾਨ ਦਾ। ਆਪਾਂ ਸ਼ਾਪਿੰਗ ਤਾਂ ਇੱਕੋ ਦੁਕਾਨ ਤੋਂ ਕਰਨੀ ਹੈ ਮੰਨ ਲਓ, ਪਰ 3 ਦੁਕਾਨਾਂ ਤੇ ਜਾਵਾਂਗੇ। ਇੱਕ ਸ਼ਾਪਿੰਗ ਜਿਹੜੀ ਦੁਕਾਨ ਜਿਹੜੀ ਸਮਾਨ ਪਸੰਦ ਆਇਆ, ਉਹ ਕਿਉਂ ਪਸੰਦ ਆਇਆ? ਯੂਨੀਵਰਸਿਟੀ ਵਧੀਆ ਸੀ, ਕੋਰਸ ਵਧੀਆ ਹੈਗਾ, ਕੋਰਸ ਦਾ ਸਟਰਕਚਰ ਵਧੀਆ, ਫੀਸ ਮੇਰੇ ਬਜਟ 'ਚ ਹੈ, ਜਾਂ
ਹੋਰ ਕੋਈ ਫੈਕਟਰ ਹੈ ਉਹ ਜਦ ਤੁਸੀਂ ਪੜ੍ਹ ਲਓਗੇ ਦੇਖ ਲਓਗੇ YouTube ਦੇ ਵੀਡੀਓਜ਼ Facebook ਤੇ ਜਾਂ ਇੰਸਟਾ ਦੇ ਉੱਤੇ ਯੂਨੀਵਰਸਿਟੀ ਬਾਰੇ ਤੁਹਾਡਾ ਕੌਨਫੀਡੈਂਸ ਵੈਸੇ ਆ ਜਾਣਾ ਹੈ ਫਿਰ ਇੰਪੋਰਟੈਂਟ ਚੀਜ਼ ਆ ਜਾਂਦੀ ਹੈ ਕੀ ਪੜੋਗੇ ਬੀਇੰਗ ਏ ਸਟੂਡੈਂਟ ਵੀਜ਼ਾ ਆਫਿਸਰ ਤੁਹਾਡੇ ਤੋਂ ਉਮੀਦ ਲਾ ਕੇ ਚੱਲਦਾ ਹੈ ਤੁਸੀਂ ਉਹਦੇ ਸਬਜੈਕਟ ਪੜ੍ਹੇ ਹੋਣਗੇ ਹੁਣ ਜੇ ਤੁਸੀਂ ਸਬਜੈਕਟ ਹੀ ਨਹੀਂ ਪੜ੍ਹੇ ਤੁਸੀਂ ਕਾਹਦੇ ਸਟੂਡੈਂਟ ਹੋਗੇ ਜੇ ਤੁਸੀਂ ਸਬਜੈਕਟ ਨਹੀਂ ਪੜ੍ਹ ਪਾਓਗੇ ਨਹੀਂ ਦੱਸ ਪਾਓਗੇ ਉਹਦੇ ਦਿਮਾਗ 'ਚ ਵੈਸੇ ਹੀ ਆ ਜਾਣਾ ਹੈ ਪੜ੍ਹਾਈ ਵਾਸਤੇ ਨਹੀਂ ਜਾ ਰਿਹਾ ਇਹਨੇ ਪਹੁੰਚ ਕੇ ਉੱਥੇ ਗੋਲ ਹੀ ਹੋਣਾ ਬਿਲਕੁਲ ਬਿਲਕੁਲ ਥਰਡ ਇੰਪੋਰਟੈਂਟ ਫੈਕਟਰ ਉਹ ਜਿਹੜਾ ਪੜ੍ਹਾਈ ਤੁਸੀਂ ਪੈਸੇ ਲਾਣ ਲੱਗੇ ਹੋ ਫੀਸਾਂ ਦੇ ਉਸ ਤੋਂ ਬਾਅਦ ਤੁਹਾਡੀ ਨੌਕਰੀ ਕਿੱਥੇ ਲੱਗੇਗੀ ਕੀ ਤੁਹਾਨੂੰ ਨੌਲੇਜ ਹੈਗੀ ਹੈ ਅੱਜ ਮੈਂ ਸ਼ਾਪਿੰਗ ਦੁਬਾਰਾ ਕਰਨਾ ਅੱਜ ਜੇ ਤੁਸੀਂ ਕੋਈ ਵੀ ਆਪਣੀ ਸ਼ਾਪਿੰਗ ਕਰਦੇ ਹੋ ਇੱਕ ਦਿਮਾਗ ਚੀਜ਼ ਆਉਂਦੀ ਹੈ ਇਹ ਕਿੰਨੀ ਦੇਰ ਸ਼ਰਟ ਪੈਂਟ ਜਾਂ ਸੂਟ ਹੰਡਾ ਲਵਾਂਗੇ ਜਾਂ ਵਰਤ ਲਵਾਂਗੇ 6 ਮਹੀਨੇ ਸਾਲ ਉਹਨੂੰ ROI ਕਹਿ ਲਓ ਬੇਸਿਕਲੀ ਰਿਟਰਨ ਔਨ ਇਨਵੈਸਟਮੈਂਟ ਇਸੇ ਤਰੀਕੇ ਨਾਲ ਜਿਹੜੀ ਫੀਸ ਤੁਸੀਂ ਦਿੱਤੀ ਹੈ ਯੂਨੀਵਰਸਿਟੀ ਵਾਲਿਆਂ ਨੂੰ 15 ਲੱਖ ਰੁਪਏ ਦਿੱਤਾ ਹੈ ਇਸ ਤੋਂ ਬਾਅਦ ਤੁਹਾਡੀ ਨੌਕਰੀ 30,000 ਦੀ ਲੱਗਣੀ ਹੈ 50 ਦੀ ਲੱਗ ਸਕਦੀ ਹੈ ਇੱਕ ਕੈਲਕੂਲੇਸ਼ਨ ਤਾਂ ਦਿਮਾਗ 'ਚ ਹੋਏਗੀ ਚਾਹੇ ਰਫ ਹੀ ਸਹੀ ਪਰ ਹੋਏਗੀ ਤਾਂ ਸਹੀ ਜੇ ਤੁਸੀਂ ਵੀਜ਼ਾ ਅਫਸਰ ਨੂੰ ਵੇਗ ਆਨਸਰ ਦਿੰਦੇ ਹੋ ਨਾ ਪਤਾ ਨਹੀਂ ਮੈਂ ਤਾਂ ਪੜ੍ਹਾਈ ਕਰਕੇ ਦੇਖਾਂਗਾ ਕਿਵੇਂ ਹੋਣਾ ਤਾਂ ਉਹ ਸਾਰਾ ਕੁਐਸਚਨ ਮਾਰਕ ਵੱਡਾ ਬਣ ਜਾਂਦਾ ਹੈ ਵੀ ਅਗੇਨ ਇਹ ਵੈਸੇ ਹੀ ਅੰਨੇਵਾਹ ਪੈਸੇ ਲਾਈ ਜਾਂਦਾ ਇਹਨੂੰ ਕੁਝ ਨਹੀਂ ਪਤਾ ਆਪਣੇ ਫਿਊਚਰ ਦਾ ਨਾ ਹੀ ਕੋਈ ਪਲੈਨਿੰਗ ਹੈ ਤੇ ਵੀਜ਼ਾ ਅਫਸਰ ਅਗੇਨ ਤੁਹਾਡੇ ਤੇ ਅਹਿਸਾਨ ਕਰਦਾ ਤੁਹਾਡਾ ਰਿਫਿਊਜ਼ਲ ਦੇ ਕੇ ਤਾਂ ਕਿ ਤੁਹਾਡੇ ਪੈਸੇ ਖਰਾਬ ਨਾ ਹੋਣ ਜਿਹੜੇ ਤੁਸੀਂ ਲਾਏ ਨੇ ਦੇਖੋ ਤੁਹਾਡੀ ਦੁਨੀਆ 'ਚੋਂ ਪਹੁੰਚ ਦੇ ਪੈਸੇ ਹੋ ਸਕਦੇ ਆ ਪਰ ਵੀਜ਼ਾ ਆਫਿਸਰ ਦੀ ਦੁਨੀਆ ਦੇ ਵਿੱਚ ਉਹ ਪੜ੍ਹਾਈ ਦੇ ਪੈਸੇ ਨੇ ਬਿਲਕੁਲ ਹੁਣ ਜੇ ਪੜ੍ਹਾਈ ਦੇ ਪੈਸੇ ਤਾਂ ਤੁਹਾਨੂੰ ਰਿਟਰਨ ਹੀ ਨਹੀਂ ਆਈ ਜਾਂ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਰਿਟਰਨ ਕੀ ਲੈਣੀ ਹੈ ਫਿਰ ਉਹ ਬੜਾ ਪ੍ਰਾਊਡਲੀ ਕਹਿੰਦਾ ਆਈ ਐਮ ਡੂਇੰਗ ਫੇਵਰ ਟੂ ਇੰਡੀਅਨ ਸਟੂਡੈਂਟਸ ਬਾਈ ਗਿਵਿੰਗ them refusals because they don't know what they are going to study and what they will work ਤਾਂ ਉਹਦੇ ਵਾਸਤੇ ਉਹ ਬੜਾ ਪ੍ਰਾਊਡ ਮੂਮੈਂਟ ਹੁੰਦਾ ਆਪਣੀ ਪੂਰੀ ਸ਼ਾਪਿੰਗ ਦੀ ਜਿਵੇਂ ਤੁਸੀਂ ਲਿਸਟ ਬਣਾ ਕੇ ਬਾਹਰ ਜਾਂਦੇ ਹੋ ਨਾ ਉਵੇਂ ਆਪਣੀ ਇੰਟਰਵਿਊ ਤਿਆਰੀ ਕਰੋ ਦੇਖੋ ਤੁਹਾਡੇ ਇੰਟਰਵਿਊ ਸ਼ਾਪਿੰਗ ਵਰਗੇ ਮਜ਼ੇ ਨਾਲ ਹੀ ਪਾਸ ਹੋ ਜਾਣੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਤੇ ਅਗਲਾ ਸਵਾਲ ਉਹਨਾਂ ਲਈ ਹੈ ਜਿਹੜੇ ਸਪਾਊਸ ਵੀਜ਼ਾ ਲਗਵਾ ਕੇ ਜਾਣਾ ਚਾਹੁੰਦੇ ਨੇ UK ਦੇ ਵਿੱਚ ਕਿਉਂਕਿ ਚੀਜ਼ਾਂ ਸੁਣਨ ਨੂੰ ਆਉਂਦੀਆਂ ਨੇ ਕਿ +2 ਤੋਂ ਬਾਅਦ ਵੀ ਕੀ ਕੋਈ ਖਾਸ ਕੁਝ ਕੈਟਾਗਰੀਜ਼ ਇਸ ਤਰ੍ਹਾਂ ਦੀਆਂ ਹੈ ਜੋ +2 ਤੋਂ ਬਾਅਦ ਵੀ ਸਪਾਊਸ ਵੀਜ਼ਾ ਨਾਲ ਅਪਲਾਈ ਕੀਤਾ ਜਾ ਸਕਦਾ ਹੈ ਦੇਖੋ ਇਹ ਗੱਲਾਂ ਬਾਤਾਂ 'ਚ ਹੈ ਜੀ ਜਿਹੜਾ ਕਾਨੂੰਨ ਆ ਉਹ ਬੜਾ ਸਿੰਪਲ ਆ ਉਹਨਾਂ ਦਾ ਕੋਈ ਬੜੀ ਸੁਣਨ ਨੂੰ ਆਉਂਦੀ ਹੈ Tier 2 ਦਾ ਆਕੂਪੇਸ਼ਨ ਹੈ ਤੁਹਾਡਾ ਵਰਕ ਪਰਮਿਟ ਹੈ ਤੇ ਸਪਾਊਸ ਜਾ ਸਕਦਾ ਆ ਸਕਦਾ ਪ੍ਰੈਕਟੀਕਲੀ ਕਦੇ ਹੁੰਦੇ ਦੇਖਿਆ ਨਹੀਂ ਸਿਰਫ ਸੁਣਿਆ ਹੀ ਹੈ ਨਾ ਕੋਈ ਸਬੂਤ ਦੇ ਪਾਇਆ ਨਾ ਹੀ ਕੋਈ ਉੱਤੇ ਇੰਟਰਨੈਟ ਦੇ ਉੱਤੇ ਉਹਦੀ ਕੋਈ ਇਨਫੋਰਮੇਸ਼ਨ ਅਵੇਲੇਬਲ ਹੈ ਅਗੇਨ ਬੜਾ ਪ੍ਰੈਕਟੀਕਲੀ ਚੱਲੋ ਜਿਹੜਾ ਕਾਨੂੰਨ ਕਹਿੰਦਾ ਹੈ ਤੁਸੀਂ ਬੈਚਲਰ ਡਿਗਰੀ ਤੋਂ ਬਾਅਦ ਮਾਸਟਰਸ ਕਰਨ ਚੱਲੇ ਹੋ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ ਵਿਆਹ ਪੁਰਾਣਾ ਹੋਣ ਦੀ ਲੋੜ ਨਹੀਂ ਆਪਣੀ ਰਿਲੇਸ਼ਨਸ਼ਿਪ ਜੈਨੂਇਨ ਹੋਣ ਦੀ ਲੋੜ ਜ਼ਰੂਰ ਹੈਗੀ ਹੈ ਜਿਸ ਵਿੱਚ ਤੁਸੀਂ ਜੇ ਆਪਣੇ ਇੱਕ ਦੂਜੇ ਨੂੰ ਬਹੁਤ ਪੁਰਾਣੇ ਜਾਣਦੇ ਹੋ ਉਹ ਸਾਰੇ ਸਬੂਤ ਲਾਓ ਵੀ ਅਸੀਂ ਸਾਡਾ ਰਿਲੇਸ਼ਨਸ਼ਿਪ ਅਸੀਂ ਇੱਕ ਦੂਜੇ ਨੂੰ ਨੋਨ ਪਿਛਲੇ 4-5 ਸਾਲਾਂ ਤੋਂ ਹੈ ਵਿਆਹ ਪਿਛਲੇ ਹਫਤੇ ਕਰਾਇਆ ਡਸਨਟ ਮੈਟਰ ਹਾਈ ਕਮਿਸ਼ਨ ਤਾਂ ਰਿਲੇਸ਼ਨਸ਼ਿਪ ਤੇ ਜ਼ੋਰ ਦਿੰਦਾ ਵਿਆਹ ਦੀ ਡੇਟਾ ਤੇ ਜ਼ੋਰ ਨਹੀਂ ਦਿੰਦਾ ਤੇ ਉਹ ਬੇਸਿਕ ਚੀਜ਼ਾਂ ਧਿਆਨ ਰੱਖੋ ਅੱਜ ਤੇ ਜਿਹੜਾ ਲਾਅ ਕਹਿੰਦਾ ਹੈ ਤੁਸੀਂ ਮਾਸਟਰ ਡਿਗਰੀ ਵਾਸਤੇ ਹੀ ਆਪਣੇ ਸਪਾਊਸ ਨੂੰ ਇੱਥੋਂ ਡਿਪੈਂਡੈਂਟ ਵੀਜ਼ੇ ਤੇ ਲੈ ਕੇ ਜਾ ਸਕਦੇ ਹੋ ਪਲੱਸ ਬੱਚੇ ਹੈਗੇ ਤੇ ਉਹ ਵੀ ਤੁਹਾਡੀ ਐਪਲੀਕੇਸ਼ਨ ਦਾ ਹਿੱਸਾ ਬਣ ਸਕਦੇ ਆ ਵਿਦਆਊਟ ਐਨੀ ਇਸ਼ੂ ਜੀ ਬਿਲਕੁਲ ਆਸਟ੍ਰੇਲੀਆ ਔਰ UK ਬਾਰੇ ਅਸੀਂ ਅੱਜ ਗੱਲ ਕਰ ਰਹੇ ਹਾਂ ਤੇ ਤੁਸੀਂ ਧਿਆਨ ਦੇ ਨਾਲ ਇਹ ਸ਼ੋਅ ਜ਼ਰੂਰ ਵੇਖ ਤੇ ਸੁਣ ਵੀ ਰਹੇ ਹੋ ਤੇ ਸਵਾਲ ਕੋਈ ਹੈ ਤਾਂ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ ਤੁਸੀਂ ਕਾਲ ਕਰਕੇ ਸਵਾਲ ਦਾ ਜਵਾਬ ਜਾਂ ਗਾਈਡੈਂਸ ਚਾਹੀਦੀ ਹੈ ਤੇ ESS ਗਲੋਬਲ ਦੀ ਜੋ ਟੀਮ ਹੈ ਤੁਹਾਨੂੰ ਸਹੀ ਕਾਉਂਸਲਿੰਗ ਦੇਣ ਲਈ ਹੀ ਤਿਆਰ ਬੈਠੀ ਹੈ ਤੁਸੀਂ ਜ਼ਰੂਰ ਉਹਨਾਂ ਦੀ ਸਰਵਿਸਿਜ਼ ਦਾ ਫਾਇਦਾ ਲੈ ਸਕਦੇ ਹੋ ਤੇ ਅਗਰ ਆਪਾਂ ਆਸਟ੍ਰੇਲੀਆ ਔਰ UK ਦੀ ਗੱਲ ਕਰੀਏ ਫਾਈਲਿੰਗ ਨੂੰ ਲੈ ਕੇ ਕਿ ਕਿਸ ਦੀ ਜ਼ਿਆਦਾ ਸਟ੍ਰਿਕਟ ਅਸੀਂ ਮੰਨ ਸਕਦੇ ਹਾਂ ਕਿਹੜੀ ਚੀਜ਼ਾਂ ਦੇ ਉੱਪਰ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ ਤਾਂ ਕਿ ਸਟੂਡੈਂਟਸ ਉਸੇ ਤਰੀਕੇ ਨਾਲ ਆਪਣੀ ਤਿਆਰੀ ਕਰਨ ਦੇਖੋ ਆਸਟ੍ਰੇਲੀਆ ਤਾਂ ਮੋਸਟਲੀ ਫੋਕਸ ਹੀ SOP ਤੇ ਹੁੰਦਾ ਕਿਉਂਕਿ ਡਾਕੂਮੈਂਟੇਸ਼ਨ ਵਾਈਜ਼ ਤਾਂ ਮੋਸਟਲੀ ਯੂਨੀਵਰਸਿਟੀਜ਼ AL1 ਨੇ ਤੁਹਾਡੀ ਇਨਕਮ ਦੇ ਕਾਗਜ਼ ਜਾਂਦੇ ਆ ਤੁਹਾਡੇ ਫੰਡ ਨਹੀਂ ਜਾਂਦੇ ਉਹਨਾਂ ਨੂੰ ਦੇਖਣਾ ਹੀ ਨਹੀਂ ਫੰਡਿੰਗ ਦਾ ਉਹ ਕਹਿੰਦੇ ਯੂਨੀਵਰਸਿਟੀ ਵੇਖੇ ਸਾਨੂੰ ਇਨਕਮ ਦੇ ਕਾਗਜ਼ ਦਿਖਾਓ ਕਿ ਇਨਕਮ ਸਟਰੋਂਗ ਹੈਗੀ ਹੈ ਇਹਦੀ ਅਗਲੇ ਸਾਲ ਦੀ ਸਪੋਰਟ ਕਰਨ ਵਾਸਤੇ ਐਜੂਕੇਸ਼ਨ ਨੂੰ ਪਲੱਸ ਇੱਕ ਚੰਗਾ SOP ਜਿਹੜਾ ਤੁਹਾਨੂੰ GT ਅਪਰੂਵ ਕਰੇ ਤੁਸੀਂ ਕਿਉਂ ਜਾ ਰਹੇ ਹੋ ਅਨਲਾਈਕ UK ਦੇ ਵਿੱਚ SOP ਦਾ ਕੋਈ ਸਕੋਪ ਹੀ ਹੈ ਨਹੀਂ ਉਹ ਕਹਿੰਦੇ ਸਾਨੂੰ ਫालतू ਕਾਗਜ਼ ਚਾਹੀਦਾ ਨਹੀਂ ਸਾਨੂੰ ਲੋੜ ਪਈ ਅਸੀਂ ਬੱਚੇ ਨੂੰ ਇੰਟਰਵਿਊ ਲੈ ਕੇ ਉਹਦੀ ਇੰਟੈਂਸ਼ਨ ਦੇਖ ਲਾਂਗੇ ਜਾਂ ਸੁਣ ਲਾਂਗੇ ਆਪੇ ਤਾਂ ਉਹ ਕਿਸੇ ਵੀ ਲਿਖਤੀ ਯਕੀਨ ਨਹੀਂ ਰੱਖਦੇ ਇਹੀ ਕਾਰਨ ਹੈ ਉਹ ਕਹਿੰਦੇ ਸਾਨੂੰ ਕੋਈ ਐਫੀਡੇਵਿਟ ਨਹੀਂ ਚਾਹੀਦਾ ਕੋਈ ਵੀ ਡਿਕਲੇਰੇਸ਼ਨ ਦੇਣੀ ਹੈ ਨਾ ਸਾਦੇ ਕਾਗਜ਼ ਤੇ ਦੇ ਦਿਓ ਕੋਈ ਪੈਸੇ ਨਾ ਲਾਓ ਐਫੀਡੇਵਿਟਾਂ ਦੇ 50 ਰੁਪਏ ਦਾ ਐਫੀਡੇਵਿਟ ਸਟੈਂਪ ਕਰਾਤਾ ਉੱਪਰੋਂ ਮੋਹਰ ਲਵਾਤੀ 150 ਦੀ ਵੈਲਿਡ ਫॉर ਐਮਬੈਸੀ ਉਹ ਮੰਨਦੇ ਹੀ ਨਹੀਂ ਹੈਗੇ ਨਾ ਉਹ ਮੰਗਦੇ ਆ ਹੁਣ ਉਹ
बड़ा स्पष्ट है, 4 कागज कैश आ गया, पासपोर्ट आ गया, थोड़े 28 दिन पुराने फंड आ गए, जे मैरिज सर्टिफिकेट आ गए, थोड़ा ब्याह वाला केस है आ कागज प्लस ਜਿਹੜੀ ਰੀਸੈਂਟ ਕੁਆਲੀਫਿਕੇਸ਼ਨ ਜਿਹਦੇ ਉੱਤੇ ਕੈਸ਼ ਆਇਆ ਜੀ ਉਹਦੇ ਇਨਗਰੀਡੀਐਂਟ ਆ ਜਾਣਗੇ ਐਂਡ ਦੈਟਸ ਇਟ। ਲੋਡ ਪਈ ਉਹ ਤੁਹਾਨੂੰ ਆਪੇ ਫੋਨ ਕਰਕੇ ਤੁਹਾਨੂੰ ਪੁੱਛ ਲੇਗਾ। ਹੁਣ ਇੱਥੇ ਇੱਕ ਤੁਹਾਨੂੰ ਇੰਪੋਰਟੈਂਟ ਚੀਜ਼ ਦੱਸ ਦਿੰਦਾ, ਜੇ ਤੁਹਾਡੀ ਪਿਛਲੀ ਗ੍ਰੈਜੂਏਸ਼ਨ 2008-9 ਦੇ ਵਿੱਚ ਹੈ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਵਰਕ ਕਰਦੇ ਪਏ ਹੋ 10-11 ਸਾਲ ਯੂਕੇ, ਅੱਜ ਅਪਲਾਈ ਕਰਦੇ ਪਏ ਹੋ, ਆਪਣਾ CV ਜ਼ਰੂਰ ਦਿਓ ਨਾਲ, ਕਿਉਂਕਿ 10 ਤੋਂ ਬਾਅਦ ਉਹਨੇ ਮੰਗਿਆ ਨਹੀਂ, 10 ਤੋਂ ਬਾਅਦ ਤੁਹਾਡੇ ਕੋਲ ਪ੍ਰੋਵੀਜ਼ਨ ਹੁੰਦਾ ਕੋਈ ਉਹਨੂੰ ਗੈਪ ਈਅਰ ਦਿਖਾਉਣ ਦਾ ਜਾਂ ਉਹਦੀ ਅਜ਼ੰਪਸ਼ਨ ਤੇ ਛੱਡਣ ਦਾ ਜਾਂ ਇੰਟਰਵਿਊ ਨੂੰ ਕਾਲ ਕਰਵਾਉਣ ਦਾ, ਉਹ ਜ਼ਰੂਰ ਇੱਛੁਕ ਹੋਊਗਾ ਵੀ 10 ਤੋਂ ਬਾਅਦ ਕੀਤਾ ਕੀ ਹੈ। ਜੇ ਤੁਸੀਂ ਆਪਣਾ ਚੰਗਾ ਜਿਹਾ CV ਬਣਾ ਕੇ ਅਪਲੋਡ ਕਰ ਦਿੰਦੇ ਹੋ ਨਾਲ ਵੀਜ਼ਾ ਫਾਈਲ ਦੇ ਵਿੱਚ, ਐਟਲੀਸਟ ਉਹ ਤੁਹਾਡੀ ਜ਼ਿੰਦਗੀ ਤਾਂ ਦੇਖ ਸਕਦਾ। ਉਹ 3-4 ਕਾਗਜ਼ਾਂ ਦੇ ਉੱਤੇ 10 ਤੋਂ ਬਾਅਦ ਕਿੱਥੇ ਕਿੱਥੇ ਜੌਬ ਕੀਤੀ, ਕੀ ਜੌਬ ਰਿਸਪੌਂਸਿਬਿਲਿਟੀਜ਼ ਹੈ ਤੇ ਹੁਣ ਕੀ ਪੜਨ ਚੱਲਿਆ। ਤੇ ਮੇਰੀ ਸਲਾਹ ਨਾਲ ਸੈਲਰੀ ਜ਼ਰੂਰ ਲਿਖੋ, ਕਿਉਂਕਿ ਜੇ ਮੈਂ 10 ਸਾਲਾਂ ਤੋਂ ਹੀ 15-20 ਹਜ਼ਾਰ ਕਮਾ ਰਿਹਾ ਨਾ, ਅਗਲੇ ਇਨਵੈਸਟਮੈਂਟ ਜਿਹੜਾ ਕਰਦੇ ਪਏ ਹੋ ਤੁਹਾਡੇ ਕੋਰਸ ਤੇ 15 ਲੱਖ ਰੁਪਏ ਲਾਣੇ ਪਏ ਹੋ, ਉਹ ਬੜਾ ਕਲੀਅਰ ਹੋ ਜਾਂਦਾ ਕਿਉਂ ਲਾਂਦਾ ਪਿਆ ਬੰਦਾ, ਕਿਉਂਕਿ 10 ਸਾਲ ਕੰਮ ਕਰਕੇ ਵੀ ਉਹ 10% ਜਾਂ 15% ਦਾ ਰੇਜ਼ ਲਈ ਜਾਂਦਾ ਹੈ ਤੇ ਅਗਲੀ ਪੜ੍ਹਾਈ ਇਹਨੂੰ ਜ਼ਰੂਰੀ ਬਣ ਜਾਂਦੀ ਹੈ ਇੱਕ ਵੱਡੇ ਜੰਪ ਵਾਸਤੇ, ਇੱਕ ਚੰਗੇ ਨੌਕਰੀ ਵਾਸਤੇ, ਇੱਕ ਚੰਗੇ ਬ੍ਰਾਂਡ ਦੇ ਵਿੱਚ ਕੰਮ ਕਰਨ ਵਾਸਤੇ। ਕੁਝ ਚੀਜ਼ਾਂ ਆਟੋਮੈਟਿਕਲੀ ਉਹਨੂੰ ਦੱਸੀਆਂ ਜਾ ਸਕਦੀਆਂ ਵੀਜ਼ਾ ਆਫਿਸਰ ਨੂੰ ਜੇ ਧਿਆਨ ਨਾਲ ਫਾਈਲ ਬਣਾਈ ਜਾਵੇ ਤਾਂ। ਜੀ ਬਿਲਕੁਲ, ਯਾਨੀ ਕਿ ਆਪਾਂ ਕਹਿ ਸਕਦੇ ਕਿ ਜਿਨ੍ਹਾਂ ਦਾ ਗੈਪ ਹੈ ਉਹਨਾਂ ਲਈ ਇੱਕ ਅੱਛੀ ਆਪਸ਼ਨ ਅਸੀਂ UK ਕਹਿ ਸਕਦੇ ਹਾਂ। ਜੀ ਬਿਲਕੁਲ, ਤੇ ਕਿਵੇਂ ਉਸ ਨੂੰ ਆਪਾਂ ਸਹੀ ਤਰੀਕੇ ਨਾਲ ਦਿਖਾਣਾ ਉਹ ਵੀ ਤੁਸੀਂ ਤਰੀਕਾ ਸਮਝਿਆ, ਕਿਉਂਕਿ ਤੁਹਾਡੀ ਹੀ ਜ਼ਿੰਦਗੀ ਦੀਆਂ ਚੀਜ਼ਾਂ, ਤੁਹਾਡੀ ਹੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਸਹੀ ਤਰੀਕੇ ਨਾਲ ਆਪਾਂ ਪ੍ਰੈਜ਼ੈਂਟ ਕਰਨਾ ਹੁੰਦਾ, ਜਿਸ ਦੇ ਨਾਲ ਤੁਹਾਡਾ ਵੀਜ਼ਾ ਲੱਗ ਜਾਂਦਾ। ਸੋ ਜਿਨ੍ਹਾਂ ਦਾ ਗੈਪ ਬਹੁਤ ਜ਼ਿਆਦਾ ਹੋ ਚੁੱਕਿਆ ਹੈ, ਸੋ ਉਹਨਾਂ ਨੂੰ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿ ਉਹ ਸੋਚਦੇ ਆ ਕਿ ਗੈਪ ਇੰਨਾ ਹੋ ਗਿਆ ਹੁਣ ਅਸੀਂ ਕਿਤੇ ਵੀ ਅਪਲਾਈ ਨਹੀਂ ਕਰ ਸਕਦੇ। UK ਅੱਜ ਵੀ ਤੁਹਾਡੇ ਲਈ ਬਹੁਤ ਅੱਛੀ ਆਪਸ਼ਨ ਹੈ। ਸਹੀ ਚੀਜ਼ਾਂ ਨੂੰ ਚੁਣਦੇ ਹੋਏ ਤੁਸੀਂ ਅੱਗੇ ਵਧਦੇ ਹੋਏ ਆਪਣਾ ਵੀਜ਼ਾ ਜੋ ਹੈ ਲਗਵਾ ਸਕਦੇ ਹੋ। ਤੇ ਮੈਂ ਇੱਥੇ ਰਿਫਿਊਜ਼ਲ ਕੇਸਿਸ ਲਈ ਬਾਰੇ ਵੀ ਜ਼ਰੂਰ ਜਾਣਨਾ ਚਾਹੂੰਗੀ, ਕਿਉਂਕਿ ਰਿਫਿਊਜ਼ਲ ਕੇਸਿਸ ਵੀ ਬਹੁਤ ਜ਼ਿਆਦਾ ਲਗਾਤਾਰ ਸਟੂਡੈਂਟਸ ਦੇ ਸਵਾਲ ਆਉਂਦੇ ਨੇ ਕਿ ਅਸੀਂ ਹੁਣ ਕਿੱਥੇ ਅਪਲਾਈ ਕਰੀਏ ਜਿਨ੍ਹਾਂ ਦੇ 2-2 3-3 ਵਾਰ ਰਿਫਿਊਜ਼ਲ ਲੱਗ ਗਏ ਨੇ। ਦੇਖੋ, ਜੇ ਤੁਹਾਡਾ ਰਿਫਿਊਜ਼ਲ ਕੈਨੇਡਾ ਤੋਂ ਹੈ 2 ਤੋਂ 3 ਵਾਰ, ਜੀ ਗੁੱਡ ਆਪਸ਼ਨ, ਜੇ ਤੁਸੀਂ ਅੱਜ ਕੰਟਰੀ ਬਦਲ ਲੈਂਦੇ ਹੋ ਆਪਣਾ ਟਾਈਮ ਵੇਸਟ ਨਹੀਂ ਹੋਏਗਾ, ਕਿਉਂਕਿ ਜਿਹੜਾ ਇੱਕ ਸ਼ੋਅ 'ਚ ਕੈਨੇਡਾ ਦੇ ਸ਼ੋਅ 'ਚ ਕਿਹਾ ਸੀਗਾ ਮੈਂ, ਜਦ 3-3 4-4 ਵਾਰ ਰਿਫਿਊਜ਼ਲ ਹੁੰਦਾ ਤੁਸੀਂ ਵੀਜ਼ਾ ਆਫਿਸਰ ਨੂੰ ਇੱਕ ਪ੍ਰੈਜੁਡਿਸ ਦੇ ਦਿੰਦੇ ਹੋ ਵੀ ਉਹ ਤੁਹਾਡੀ ਫਾਈਲ ਨੂੰ ਉਸੇ ਤਰੀਕੇ ਤੋਂ ਦੇਖੇ ਜਿਹੜੀ ਪਹਿਲੀ ਫਰੈਸ਼ ਫਾਈਲ ਸੀ। ਬਿਲਕੁਲ ਠੀਕ ਹੈ, ਕਿਉਂਕਿ ਕੋਈ ਵੀ ਉਹਨੂੰ ਉਸ ਤਰੀਕੇ ਨਾਲ ਐਡਰੈਸ ਨਹੀਂ ਕਰਦਾ ਫਾਈਲਿੰਗ ਦੇ ਵਿੱਚ, ਵਿਚ ਇਜ਼ ਟੋਟਲ ਟੈਕਨੀਕਲ। ਜੀ ਹੁਣ ਜੇ ਤੁਹਾਡਾ UK ਤੋਂ ਰਿਫਿਊਜ਼ ਹੈ, ਇੰਟਰਵਿਊ ਤੋਂ ਰਿਫਿਊਜ਼ ਹੈ, ਤੁਹਾਨੂੰ ਐਟਲੀਸਟ 1-1.5 ਸਾਲ ਕੈਸ਼ ਨਹੀਂ ਮਿਲਣਾ। ਯੂਨੀਵਰਸਿਟੀਜ਼ ਕਹਿੰਦੀਆਂ ਜਦ ਤੱਕ ਐਪਲੀਕੇਸ਼ਨ ਦੇ ਹਾਲਾਤਾਂ 'ਚ ਬਦਲਾਵ ਨਹੀਂ ਹੁੰਦਾ ਅਸੀਂ ਕੈਸ਼ ਨਹੀਂ ਦੇਣਾ। ਤੁਹਾਡਾ ਟੂਰਿਸਟ ਵੀਜ਼ਾ ਰਿਫਿਊਜ਼ ਹੈ ਐਂਡ ਤੁਸੀਂ ਸਹੀ ਕਾਗਜ਼ ਨਾਲ ਐਪਲੀਕੇਸ਼ਨ ਲਾਈ ਸੀ, ਤੁਹਾਡੇ ਤੇ ਕੋਈ ਬੈਨ ਦੇ ਹਾਲਾਤ ਨਹੀਂ ਬਣੇ ਸੀ, ਨਾ ਉਹਨੇ ਕੁਐਸਚਨ ਪੁੱਛਿਆ ਸੀ ਤੁਹਾਡੇ ਕਾਗਜ਼ਾਂ ਦੀ ਆਥੈਂਟਿਸਿਟੀ ਉੱਤੇ, ਤਾਂ ਡੈਫੀਨਿਟਲੀ ਤੁਸੀਂ ਸਟੂਡੈਂਟ ਵੀਜ਼ਾ ਲਾ ਸਕਦੇ ਹੋ, ਕੋਈ ਸਮੱਸਿਆ ਨਹੀਂ ਹੈਗੀ, ਕਿਉਂਕਿ ਦੋਨੋਂ ਦੇ ਪੈਰਾਮੀਟਰ ਅਲੱਗ-ਅਲੱਗ ਹੈ। ਜੀ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਇੰਟਰਵਿਊ ਔਰ ਵੀਜ਼ਾ ਐਪਲੀਕੇਸ਼ਨ ਰਿਜੈਕਟ ਹੋ ਜਾਂਦਾ ਹੈ। ਆਸਟ੍ਰੇਲੀਆ ਚੈਪਟਰ ਇਜ਼ ਕਲੋਜ਼ ਐਟਲੀਸਟ ਫॉर 1 ਈਅਰ। ਦੇਖੋ, ਜਿੱਥੇ GT GSR ਜਾਂ ਇਹੋ ਜਿਹੇ ਕਲੌਜ਼ ਹੈ ਨਾ, ਜਦ ਤੱਕ ਐਪਲੀਕੇਸ਼ਨ ਦੇ ਹਾਲਾਤਾਂ 'ਚ ਬਦਲਾਵ ਨਹੀਂ ਹੁੰਦਾ, ਹੁਣ ਉਹ ਤੁਸੀਂ ਬਦਲਾਵ ਕਿਹਨੂੰ ਕਹਿ ਸਕਦੇ ਹੋ? ਅੱਜ ਇੱਕ ਬੱਚੇ ਦਾ ਰਿਫਿਊਜ਼ ਹੁੰਦਾ ਹੈ, ਉਹ ਅਗਲੇ 1 ਸਾਲ ਇੰਡੀਆ 'ਚ ਹੀ ਪੜ੍ਹਦਾ ਹੈ ਤੇ ਵਧੀਆ ਪੜ੍ਹਾਈ ਪੜ੍ਹਦਾ ਹੈ, ਕੋਈ ਡਿਪਲੋਮਾ ਨਹੀਂ ਲੈਂਦਾ ਪ੍ਰਾਈਵੇਟ, ਵਧੀਆ ਪੜ੍ਹਾਈ ਪੜ੍ਹਦਾ, ਦੁਬਾਰਾ ਐਪਲੀਕੇਸ਼ਨ ਲਾਉਂਦਾ ਹੈ, ਉਹਨੂੰ ਰੀਕਨਸੀਡਰ ਕੀਤਾ ਜਾਂਦਾ ਹੈ। ਕਿਉਂ? ਕਿਉਂਕਿ ਉਹਨੇ ਰਿਫਿਊਜ਼ਲ ਤੋਂ ਬਾਅਦ ਆਪਣੀ ਜ਼ਿੰਦਗੀ ਰੋਕੀ ਨਹੀਂ, ਅੱਗੇ ਕੰਟੀਨਿਊ ਕੀਤੀ ਤੇ ਵਧੀਆ ਤਰੀਕੇ ਨਾਲ ਕੀਤੀ, ਫਿਰ ਅਪਲਾਈ ਕਰ ਰਿਹਾ ਨਵੇਂ ਥਾਟਸ ਦੇ ਨਾਲ। ਹਰ ਕੰਟਰੀ ਵੈਲਕਮ ਕਰਦੀ ਹੈ। ਜੇ ਉਹੀ ਫਾਈਲ 6 ਮਹੀਨੇ ਬਾਅਦ ਦੁਬਾਰਾ ਲੈ ਜਾਓਗੇ ਚੱਕ ਕੇ ਐਮਬੈਸੀ ਦੇ ਵਿੱਚ, ਪਹਿਲਾ ਪੁਆਇੰਟ ਤਾਂ ਆਹੀ ਆਏਗਾ ਹੁਣ ਕੀ ਚੇਂਜ ਇਨ ਸਰਕਮਸਟੈਂਸਸ ਹੈ, ਤੁਹਾਡਾ ਆਲਸ ਵੀ ਉਹੀ ਹੈ, ਤੁਹਾਡਾ ਪਰਸੈਂਟੇਜ ਵੀ ਉਹੀ ਹੈ, 6 ਮਹੀਨੇ ਤੁਸੀਂ ਕੋਈ ਕੰਮ ਵੀ ਨਹੀਂ ਕੀਤਾ ਰਿਫਿਊਜ਼ਲ ਤੋਂ ਬਾਅਦ, ਏਜੰਟ ਟੂ ਏਜੰਟ ਧੱਕੇ ਖਾਏ ਆ ਪਲੱਸ ਇਹ ਆਪਸ਼ਨ ਵਰਕਆਊਟ ਕੀਤੀਆਂ ਨੇ, ਉਹਦੇ ਬੇਸ ਤੇ ਐਮਬੈਸੀ ਕਦੇ ਵੀਜ਼ਾ ਨਹੀਂ ਦਿੰਦੀ। ਤਾਂ ਅੱਜ ਜਿੱਥੇ ਰਿਫਿਊਜ਼ ਹੋ ਚੁੱਕਿਆ, ਆਪਣੀ ਪ੍ਰੋਫਾਈਲ ਦੇਖੋ ਕਿੱਥੇ ਵਾਸਤੇ ਐਲੀਜੀਬਲ ਐਂਡ ਗੋ ਫॉर ਇਟ। ਜੀ ਬਿਲਕੁਲ, ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿੰਨੇ ਵੀ ਰਿਫਿਊਜ਼ਲ ਕੇਸਿਸ ਨੇ, ਸਟੂਡੈਂਟਸ ਨੇ ਕਿ ਕਈ ਵਾਰੀ ਮਨ ਹਾਰ ਜਾਂਦੇ ਨੇ ਕਿ ਇੰਨੀ ਵਾਰ ਰਿਫਿਊਜ਼ਲ ਹੋ ਗਿਆ ਤੇ ਹੁਣ ਅਸੀਂ ਕੀ ਕਰੀਏ, ਸੋ ਤੁਹਾਡੇ ਲਈ ਵੀ ਰਸਤਾ ਹੈ। ਮੈਂ ਕਹਿੰਦੀ ਹਰ ਪ੍ਰੋਫਾਈਲ, ਜਿਸ ਤਰ੍ਹਾਂ ਦੀ ਵੀ ਪ੍ਰੋਫਾਈਲ ਹੈ, ਹਰੇਕ ਦੇ ਲਈ ਇੱਕ ਵਧੀਆ ਰਸਤਾ, ਇੱਕ ਆਪਸ਼ਨ ਜ਼ਰੂਰ ਹੈ, ਲੇਕਿਨ ਜ਼ਰੂਰਤ ਹੁੰਦੀ ਹੈ ਕਿ ਚੰਗੇ ਕੰਸਲਟੈਂਟ ਦੀ, ਜੋ ਤੁਹਾਡੀ ਪ੍ਰੋਫਾਈਲ ਨੂੰ ਦੇਖ ਕੇ ਤੁਹਾਨੂੰ ਸੁਜੈਸਟ ਕਰਨ ਤੁਹਾਨੂੰ ਕਿਸ ਤਰੀਕੇ ਨਾਲ ਚੱਲਣਾ ਚਾਹੀਦਾ ਹੈ, ਆਪਣੀ ਪ੍ਰੋਫਾਈਲ ਨੂੰ ਕਿਵੇਂ ਹੋਰ ਬੈਟਰ ਕਰਕੇ ਤੁਸੀਂ ਹਲੇ ਵੀ ਅਪਲਾਈ ਕਰਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ। ਸੋ ਉਮੀਦ ਹੈ ਕਿ ਤੁਸੀਂ ਇਹ ਸ਼ੋਅ ਇਸੇ ਤਰੀਕੇ ਨਾਲ ਲਗਾਤਾਰ ਵੇਖਦੇ ਰਹੋਗੇ ਤਾਂ ਕਿ ਅਸੀਂ ਇਸੇ ਤਰੀਕੇ ਨਾਲ ਹੋਰ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਿਹਾ ਕਰੀਏ, ਖਾਸ ਗੱਲਾਂ ਤੁਹਾਡੇ ਤੱਕ ਪਹੁੰਚਾਉਂਦੇ ਰਿਹਾ ਕਰੀਏ। ਇੱਕ ਛੋਟਾ ਜਿਹਾ ਮੈਸੇਜ ਜ਼ਰੂਰ ਤੁਹਾਡੇ ਤੋਂ ਲੈਣਾ ਚਾਹੂੰਗੀ ਸਟੂਡੈਂਟਸ ਲਈ ਜਿਹੜੇ ਹੁਣ ਅਪਲਾਈ ਕਰਨ ਬਾਰੇ ਸੋਚ ਰਹੇ ਨੇ, ਕਿਹਨਾਂ ਗੱਲਾਂ ਦਾ ਧਿਆਨ ਰੱਖਣ। ਦੇਖੋ, ਸਾਡੇ ਕਾਰੋਬਾਰ ਦੇ ਵਿੱਚ ਨਾ ਇਨਟੇਕ ਬਦਲਦਾ, ਨਾ ਕੁਐਸਚਨ ਬਦਲਦੇ ਆ ਬੱਚੇ ਦੇ। ਬਦਲਦਾ ਕੀ ਹੈਗਾ? ਬੱਚੇ ਦੀ ਪ੍ਰੋਫਾਈਲ ਜਾਂ ਬੱਚਾ। ਬਿਲਕੁਲ, ਅੱਜ ਜੋ 12ਵੀਂ ਕਰਕੇ ਨਿਕਲੇ ਅਗਲੇ ਸਾਲ ਤੱਕ
ਤੱਕ ਚੱਲ ਜੂਗਾ, ਸਾਡੇ ਕੋਲ ਨਵੀਂ ਜਿਹੜੇ ਸਟੂਡੈਂਟਸ ਆਣਗੇ ਜੀ, ਬਟ ਇੱਕੋ ਕਾਮਨ ਫੈਕਟਰ ਰਹਿੰਦਾ ਹੈਗਾ, ਕੋਈ ਵੀ ਬੱਚਾ ਆਪਣੇ ਆਪ ਨੂੰ ਅਵੇਅਰ ਨਹੀਂ ਕਰਦਾ। ਤਾਂ ਮੇਰੀ ਬਹੁਤ ਸਟਰੋਂਗ ਰਿਕਮੈਂਡੇਸ਼ਨ ਐਂਡ ਰਿਕੁਐਸਟ, ਪੰਜਾਬ ਦਾ ਜਿਹੜਾ ਵੀ ਬੱਚਾ ਹੈ ਜਿੱਥੋਂ ਇੱਕ ਦੇਖਿਆ ਜਾਂਦਾ ਵੀ ਇਹਨਾਂ ਨੂੰ ਕੁਝ ਨਹੀਂ ਪਤਾ, ਅੱਜ ਇੱਕ ਪ੍ਰੋਮਿਸ ਕਰ ਲਓ ਆਪਣੇ ਆਪ ਨੂੰ, ਜੇ ਅਗਲੇ ਇਨਟੇਕ 'ਚ ਅਪਲਾਈ ਕਰਨਾ ਆਪਣੀ ਨੌਲੇਜ ਮਜ਼ਬੂਤ ਕਰਕੇ ਕਿਸੇ ਕੰਸਲਟੈਂਟ ਕੋਲ ਜਾਣਾ ਹੈ, ਤਾਂ ਕਿ ਉਹਦੀ ਨੌਲੇਜ ਚੈੱਕ ਕਰ ਸਕੀਏ ਉਹ ਇਸ ਸਲਾਹ ਦੇਣ ਦੇ ਕਾਬਿਲ ਵੀ ਹੈ ਕਿ ਨਹੀਂ ਹੈ। ਜੀ ਜੀ, ਬਿਲਕੁਲ ਸਹੀ ਕਿਹਾ ਤੁਸੀਂ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।